अज बाजा वाला खेड़दा आनंदपुर दे विच होला। 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 अज बाजा खेड़दा आनंदपुर दे विच होला। अज बाजा साडा नीले वाला नीले वाला खेड़दा आनंदपुर दे विच होला। बाजा वाला खेड़दा आनंदपुर दे विच होला। ਚੱਕਦੇ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗੁਰਵਿੰਦਰ ਸੰਧੂ ਤੇ ਅੱਜ ਅਸੀਂ ਚੱਲੇ ਹਾਂ ਸ਼੍ਰੀ ਅਨੰਦਪੁਰ ਸਾਹਿਬ, ਕਿਉਂਕਿ ਹੋਲੇ ਮਹੱਲੇ ਦਾ ਇਹ ਪਰਵ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬੜੀ ਹੀ ਧੂਮ-ਧਾਮ ਅਤੇ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ। ਇਸ ਪਰਵ ਦੀ ਸ਼ੁਰੂਆਤ ਹੁੰਦੀ ਹੈ ਹੋਲੀ ਤੋਂ ਕੁਝ ਕੁ ਦਿਨ ਪਹਿਲਾਂ, 1 ਵੀਕ ਪਹਿਲਾਂ ਸਟਾਰਟਿੰਗ ਹੋ ਜਾਂਦੀ ਹੈ। ਲਗਭਗ 6 ਦਿਨ ਚੱਲਣ ਵਾਲੇ ਇਸ ਸਮਾਗਮ ਦੇ ਵਿੱਚ 3 ਦਿਨ ਦਾ ਮੇਲਾ ਹੁੰਦਾ ਹੈ, ਪਰ 6 ਦਿਨ ਪਹਿਲਾਂ ਸੰਗਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਆਓ ਆਪਾਂ ਚੱਲਦੇ ਹਾਂ ਅਨੰਦਪੁਰ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਅਤੇ ਖੁਦ ਵੀ ਨਿਹਾਲ ਹੁੰਦੇ ਹਾਂ ਸਤਿਗੁਰ ਦੀ ਬਾਣੀ ਤੋਂ ਤੇ ਉਹਨਾਂ ਸੰਗਤਾਂ ਤੋਂ ਜਿਹੜੀਆਂ ਉੱਥੇ ਜਾ ਕੇ ਸੇਵਾ ਕਰਦੀਆਂ ਨੇ। ਬੜੀ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਸੰਗਤਾਂ ਜਾਂਦੀਆਂ ਨੇ ਉੱਥੇ। ਅਸੀਂ ਇਸ ਟਾਈਮ ਪਹੁੰਚੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਥੋੜ੍ਹਾ ਇੱਕ ਪਿੱਛੇ ਆ ਸੰਤ ਬੇਤਾਜ ਸਹਿਜਾਜ ਬੇਨਤੀ ਬੇਨ ਸਾਹਿਬ ਜੀ ਦੇ ਕੋਲ। ਇੱਥੇ ਅਸੀਂ ਪਹੁੰਚੇ ਹਾਂ। ਇੱਥੇ ਲੰਗਰ ਦੀ ਵੀ ਸੇਵਾ ਲੱਗੀ ਹੋਈ ਆ, ਰਾਸਤੇ ਦੇ ਵਿੱਚ ਵੀ ਲੰਗਰ ਦੀ ਸੇਵਾ ਮਿਲਦੀ ਹੈ। ਸਾਰੀ ਹੀ ਸੰਗਤਾਂ ਬੜੀ ਸ਼ਰਧਾ ਦੇ ਨਾਲ ਸੇਵਾ ਕਰਦੀਆਂ ਨੇ ਅਤੇ ਲੰਗਰ ਵੀ ਛਕਦੀਆਂ ਨੇ। ਪੂਰੇ ਰਾਸਤੇ ਦੇ ਵਿੱਚ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਕਿ ਕਿੰਨੀ ਸ਼ਰਧਾ ਦੇ ਨਾਲ ਸੰਗਤਾਂ ਲੰਗਰ ਛਕਦੀਆਂ ਨੇ ਤੇ ਕਿੰਨੀ ਸ਼ਰਧਾ ਦੇ ਨਾਲ ਸੇਵਾ ਕਰਦੇ ਨੇ ਲੋਕ ਇੱਥੇ ਆ ਕੇ। ਹੁਣ ਅਸੀਂ ਚੱਲਦੇ ਹਾਂ ਦਰਸ਼ਨ ਦੀਦਾਰੇ ਕਰਨ ਵਾਸਤੇ ਤੇ ਤੁਹਾਨੂੰ ਵੀ ਦਰਸ਼ਨ ਦੀਦਾਰੇ ਕਰਾਉਂਦੇ ਹਾਂ। ਅਸੀਂ ਪਹੁੰਚ ਚੁੱਕੇ ਹਾਂ ਅਨੰਦਪੁਰ ਸਾਹਿਬ। ਤੁਹਾਨੂੰ ਦਿਖਾਇਆ ਸੀ ਅਸੀਂ ਕਿ ਰਾਸਤੇ ਦੇ ਵਿੱਚ ਯਾਤਰਾ ਕਰਦੇ ਹੋਏ ਅਸੀਂ ਆਏ। ਕੁਝ ਅਸੀਂ ਤੁਹਾਨੂੰ ਸ਼ਾਰਟ ਦਿਖਾਏ ਉਹਦੇ ਵਿੱਚ, ਜਿਸ ਦੇ ਵਿੱਚ ਤੁਸੀਂ ਦਰਸ਼ਨ ਕੀਤੇ ਕਿ ਸੰਗਤਾਂ ਕਿਸ ਤਰੀਕੇ ਦੇ ਨਾਲ ਕਿੰਨੀ ਸ਼ਰਧਾ ਅਤੇ ਸ਼ਿੱਦਤ ਦੇ ਨਾਲ ਲੰਗਰ ਛਕਾ ਰਹੀਆਂ ਨੇ ਅਤੇ ਸੇਵਾ ਕਰ ਰਹੀਆਂ ਨੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਜੋ ਇਹ ਸੇਵਾ ਅਤੇ ਸ਼ਰਧਾ ਦੇਖ ਕੇ ਇਹ ਇੰਨਾ ਕੁ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਕਿੰਨਾ ਇੰਪੋਰਟੈਂਟ ਤੇ ਕਿੰਨਾ ਮਸ਼ਹੂਰ ਇਹ ਪਰਵ ਮਨਾਇਆ ਜਾਂਦਾ ਹੈ ਸਿੱਖਾਂ ਦੇ ਵਿੱਚ ਤੇ ਇਹਨੂੰ ਲੈ ਕੇ ਕਿੰਨੀ ਖੁਸ਼ੀ ਹੁੰਦੀ ਹੈ। ਇਹ ਸਾਨੂੰ ਇਹ ਵੀ ਦੇਖਣ ਨੂੰ ਮਿਲਿਆ ਜਦੋਂ ਅਸੀਂ ਇੱਥੇ ਪੁੱਜੇ। ਉਤੋਂ ਦੇਖਿਆ ਕਿ ਕਿੰਨੀ ਜ਼ਿਆਦਾ ਖੁਸ਼ੀ ਦੇ ਨਾਲ ਲੋਕ ਸੇਵਾ ਕਰ ਰਹੇ ਨੇ। ਅਸੀਂ ਤੁਹਾਨੂੰ ਦਿਖਾਉਂਦੇ ਹਾਂ ਹੁਣ ਕਿ ਕਿਚਨ ਦੇ ਵਿੱਚ, ਯਾਨੀ ਕਿ ਜੋ ਕਮਿਊਨਿਟੀ ਕਿਚਨ ਹੁੰਦਾ ਹੈ ਲੰਗਰ ਦੇ ਵਿੱਚ, ਕੀ ਕੁਛ ਬਣਾਇਆ ਜਾਂਦਾ ਹੈ। ਤੁਹਾਨੂੰ ਦਰਸ਼ਨ ਕਰਾਉਂਦੇ ਹਾਂ
कि संगतां किन्ने प्रेम दे नाल सेवा कर रही ने अते किन्ने प्रेम दे नाल लंगर छक रही ने। आओ चलिए तो तुहानूं दिखाने आ कि किन्ना सोहना लंगर सजाया गया है। ਜਦੋਂ ਹੋਲਾ ਮਹੱਲਾ ਵਿਰਾਲੇ ਖਾਲਸਾ ਮਨਾਵੇ, ਹੋਲਾ ਮਹੱਲਾ ਵਿਰਾਲੇ ਖਾਲਸਾ ਮਨਾਵੇ, ਹੁਣ ਆਨੰਦਪੁਰ ਵਿੱਚ ਰੁਸ਼ਨਾਈਆਂ। ਹੋਲਾ ਮਹੱਲਾ ਆਨੰਦਪੁਰ ਦਾ ਜੀ ਸਭ ਸੰਗਤਾਂ ਨੂੰ ਹੋਣ ਵਧਾਈਆਂ। ਹੋਲਾ ਮਹੱਲਾ ਆਨੰਦਪੁਰ ਦਾ ਜੀ ਸਭ ਸੰਗਤਾਂ ਨੂੰ ਹੋਣ ਵਧਾਈਆਂ। लंगर तो बाद असी तुहानूं हुण लैके आए केसगढ़ गुरुद्वारा साहिब। इत्थों असी तुहानूं दिखाने आ कि इत्थों दा की कुछ इतिहास है। इत्थे बुद्धू शाह नूं केस ते कंघा अते दस्तार दे के नवाजिया सीगा श्री गुरु गोबिंद सिंह साहिब जी ने। इत्थों का इतिहास ये है, नाले इत्थे नाल दी नाल तुहानूं दस दे कि आनंदपुर साहब दे विच ही श्री गुरु गोबिंद सिंह साहिब जी ने इत्थों ही अपने पंथ की शुरुआत की सीगी अते इत्थों ही श्री आनंदपुर साहिब तो ही श्री गुरु गोबिंद सिंह साहिब जी ने सिख पंथ की प्रथा का आगाज़ किया सीगा ते इस मेले का उद्घाटन खुद श्री गुरु गोबिंद सिंह साहिब जी ने ही किया सीगा। ਉਹ 1701 ईस्वी तो बाद लगातार सिख जथेबंदियां ਅਤੇ सिख पंथ इनू लगातार अगे इस परंपरा नू वधा रहा है। हुण असीं तुहानूं दिखाने आ श्री केसगढ़ साहिब दे नाल नाल ही जो संगतां आईयां ने उन्हां दा दृश्य कि किन्नी भीड़ इस मेले दे विच आंदी है, तुसीं खुद देख सकते हो। असीं तुहानूं कुछ शॉट दिखाने आ भीड़ दे अते तुहानूं ये भी दिखाने आ कि गुरुद्वारे दे अंदर किस तरीके दे नाल साजबाज किन्ना सजावट ने गुरुद्वारे दे विच ते संगतां किन्ने श्रद्धा दे नाल श्री गुरु गोबिंद सिंह साहिब जी दे द्वारा साजिया गया जो सिख पंथ सीगा। उस तो बाद जो श्री गुरु ग्रंथ साहिब जी की मर्यादा हुंदी आ उसनूं ध्यान विच रख के किस तरह सीस नवांदियां ने श्री गुरु ग्रंथ साहिब जी दे अगे संगतां ये भी तुहानूं दिखा रहे हैं। अते हुण तुहानूं दिखाने आ रागी जथा जिहड़ा इस समय कीर्तन कर रहा है उहदे बारे हुण तुहानूं असीं दिखाने आ। आओ हुण थोड़ा जिहा तुहानूं दिखाने आ रागी जथे दे बारे। ਥਾਂ ਥਾਂ ਲੰਗਰ ਵੀ ਖਾਲਸੇ ਲਗਾਉਂਦੇ ਨੇ, ਆਈ ਸੰਗਤ ਨੂੰ ਪਿਆਰ ਨਾਲ ਛਕਾਉਂਦੇ ਨੇ। ਥਾਂ ਥਾਂ ਲੰਗਰ ਵੀ ਖਾਲਸੇ ਲਗਾਉਂਦੇ ਨੇ, ਆਈ ਸੰਗਤ ਨੂੰ ਪਿਆਰ ਨਾਲ ਛਕਾਉਂਦੇ ਨੇ। ਜਦੋਂ ਢਾਡੀ ਗਾਉਂਦੇ ਰਾਗ ਮਨ ਹੁੰਦਾ ਬਾਗੋ ਬਾਗ, ਉਦੋਂ ਹੁੰਦੀਆਂ ਨੇ ਸਫਲ ਕਮਾਈਆਂ। ਹੋਲਾ ਮਹੱਲਾ ਆਨੰਦਪੁਰ ਦਾ ਜੀ ਸਭ ਸੰਗਤਾਂ ਨੂੰ ਹੋਣ ਵਧਾਈਆਂ। ਹੋਲਾ ਮਹੱਲਾ ਆਨੰਦਪੁਰ ਦਾ ਜੀ ਸਭ ਸੰਗਤਾਂ ਨੂੰ ਹੋਣ ਵਧਾਈਆਂ। रागी जी तो बाद हुण असीं तुहानूं लैके चलदे हां मुड़ संगत दे विच ते कुछ असीं तुहानूं दिखाने आ। असीं निहंग ਸਿੰਘਾਂ ਦੇ ਨਾਲ ਗੱਲਬਾਤ ਕੀਤੀ, उस ਗੱਲਬਾਤ ਦੇ कुछ अंश तुहानूं दिखाने आ। आओ देखते हैं। ਹੁਣ ਅਸੀਂ ਪਹੁੰਚੇ ਹਾਂ ਕੇਸਗੜ੍ਹ ਸਾਹਿਬ। ਇੱਥੇ ਅਸੀਂ ਜਾਣਦੇ ਹਾਂ ਬਾਬਾ ਜੀ ਤੋਂ, ਸਾਡੇ ਨਾਲ ਨੇ ਬਾਬਾ ਜੀ। ਇਹਨਾਂ ਤੋਂ ਜਾਣਦੇ ਹਾਂ ਕਿ ਕੇਸਗੜ੍ਹ ਸਾਹਿਬ ਦਾ ਕੀ ਇਤਿਹਾਸ ਰਿਹਾ ਤੇ ਕਿਉਂ ਕੇਸਗੜ੍ਹ ਮੱਥਾ ਟੇਕਣ ਵਾਸਤੇ ਇੰਨੀਆਂ ਸੰਗਤਾਂ ਦੀ ਭੀੜ ਉਮੜਦੀ ਹੈ ਜਦ ਵੀ ਹੋਲਾ ਮੁਹੱਲਾ ਆਉਂਦਾ ਹੈ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਧੰਨ ਧੰਨ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਜ਼ਾਲਮ ਜ਼ੁਲਮ ਦੇ ਟਾਕਰੇ ਵਾਸਤੇ ਪੰਥ ਖਾਲਸੇ ਦੀ ਸਿਰਜਣਾ ਕਰਨ ਵਾਸਤੇ ਕੇਸਗੜ੍ਹ ਦੇ ਮੈਦਾਨ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੰਜ ਪਿਆਰੇ ਸਾਜੇ। ਪੰਜ ਪਿਆਰੇ ਸਾਜ ਕੇ ਗੁਰੂ ਖਾਲਸਾ ਤਿਆਰ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਅਤੇ ਜੋ ਹੋਲੀ ਤੋਂ ਹੋਲੇ ਮਹੱਲੇ ਦੇ ਤਿਉਹਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਪੰਥ ਖਾਲਸੇ ਨੂੰ ਬਖਸ਼ਿਸ਼ ਕੀਤੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਨ ਸ਼ਾਨ ਅਤੇ ਪੰਥ ਖਾਲਸੇ ਦੀ ਸ਼ਾਨ ਦੇ ਵਿੱਚ ਇਹ ਹੋਲਾ ਮਹੱਲਾ ਹਰ ਸਾਲ ਹੀ ਗੁਰੂ ਕੀਆਂ ਸੰਗਤਾਂ ਸੰਸਾਰ ਭਰ ਤੋਂ ਪਹੁੰਚ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਕੇਸਗੜ੍ਹ ਦੇ ਮੈਦਾਨ ਵਿੱਚ ਸਤਿਗੁਰੂ ਮਹਾਰਾਜ ਪੰਜਵੇਂ ਜੋ ਤੀਸਰਾ ਤਖਤ ਪੰਥ ਖਾਲਸੇ ਦਾ ਸ੍ਰੀ ਕੇਸਗੜ੍ਹ ਸਾਹਿਬ ਹੈ। ਇੱਥੇ ਹਰ ਸਾਲ ਸੰਗਤਾਂ ਹੋਲੇ ਮਹੱਲੇ ਦੇ ਜੋ ਤਿਉਹਾਰਾਂ ਦੇ ਸਮੇਂ 'ਤੇ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਦੇ ਉਹ ਮਹਾਨ ਪਾਵਨ ਸਥਾਨਾਂ ਦੇ ਦਰਸ਼ਨਾਂ ਵਾਸਤੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਅਤੇ ਗੁਰੂ ਘਰ ਤੋਂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਸੀਸਾਂ ਲੈ ਕੇ ਪੰਥ ਖਾਲਸੇ ਦੀ ਚੜ੍ਹਦੀ ਕਲਾ ਦੀ ਹਰ ਸਮੇਂ ਅਰਦਾਸ ਬੇਨਤੀ ਕਰਕੇ ਏਕਤਾ ਦੇ ਵਿੱਚ ਰਹਿ ਕਰਕੇ ਪੰਥ ਖਾਲਸੇ ਨੂੰ ਗਰੀਬ ਗਊ ਦੀ ਰੱਖਿਆ ਵਾਸਤੇ ਤਿਆਰ ਰਹਿਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਜੋ ਜੰਗਾਂ ਜੁੱਧਾਂ ਦੇ ਜ਼ੋਰ ਸਿਖਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੰਥ ਖਾਲਸੇ ਨੂੰ ਜਿੱਥੇ ਆਪਣੇ ਧਰਮ ਦੀ ਰੱਖਿਆ ਉੱਥੇ ਗਊ ਗਰੀਬ ਦੀ ਰੱਖਿਆ ਵਾਸਤੇ
ਜੋ ਲੋੜਵੰਦਾਂ ਦੀ ਸਹਾਇਤਾ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੰਥ ਖਾਲਸੇ ਦੀ ਸਿਰਜਣਾ ਕੀਤੀ ਹੈ ਅਤੇ ਹਰ ਕੌਮ ਦੇ ਨਾਲ ਜੋ ਪਿਆਰ ਭਾਵਨਾ ਰੱਖਣਾ, ਜੋ ਦੀਨ ਬਣ ਕੇ ਆਵੇ ਉਹਦੀ ਸਹਾਇਤਾ ਕਰਨੀ ਅਤੇ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣਾ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਲਾਏ ਹੋਏ ਸਿੱਖਣ ਜੋ ਮਿਸ਼ਨ ਸਿੱਖੀ ਦੇ ਮਾਰਗ ਤੇ ਚੱਲ ਕੇ ਬਾਣੀ ਬਾਣੇ ਦੇ ਧਾਰਨੀ ਹੋ ਕੇ ਹਰ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਦੇ ਬਖਸ਼ੇ ਹੋਏ ਜੋ ਕਕਾਰਾਂ ਨੂੰ ਧਾਰਨ ਕਰਕੇ ਗੁਰਸਿੱਖੀ ਦੇ ਵਿੱਚ ਪਰਪੱਕ ਰਹਿਣਾ ਅਤੇ ਮਨੁੱਖਤਾ ਦੀ ਸੇਵਾ ਦੇ ਵਿੱਚ ਪਰਪੱਕ ਰਹਿਣਾ, ਨਿਮਰਤਾ ਸਹਿਤ ਹਰ ਸਿੱਖ ਨਾਲ ਪਿਆਰ ਭਾਵਨਾ ਰੱਖਣਾ ਅਤੇ ਸਭ ਦੀ ਜਿਹੜੀ ਹੈ ਉਹ ਸਹਾਇਤਾ ਕਰਨੀ ਪੰਥ ਖਾਲਸੇ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਤੇ ਪੰਥ ਖਾਲਸੇ ਦੀ ਇਹ ਸਿਰਜਣਾ ਵਾਲਾ ਸਥਾਨ ਸ੍ਰੀ ਕੇਸਗੜ੍ਹ ਦਾ ਤੀਸਰਾ ਤਖਤ ਸਿੱਖ ਕੌਮ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ। ਹੋਲੇ ਮਹੱਲਿਆਂ ਦੇ ਦਿਹਾੜਿਆਂ ਤੇ ਸੰਗਤਾਂ ਦੂਰਾਂ ਦਰੇਡਾਂ ਦੇਸਾਂ ਵਿਦੇਸਾਂ ਵਿੱਚ ਪਹੁੰਚ ਕੇ ਹਰ ਪੰਥ ਖਾਲਸੇ ਦੇ ਜਿੰਨੀਆਂ ਸੰਪਰਦਾਵਾਂ ਜਥੇਬੰਦੀਆਂ ਨਿਹੰਗ ਸਿੰਘ ਦਲਾਂ ਪੰਥਾਂ ਵਾਲੇ ਸਮੁੱਚੇ ਹੀ ਜਿਹੜੇ ਪਹੁੰਚ ਕੇ ਹੋਲੇ ਮਹੱਲੇ ਦੇ ਦਿਹਾੜੇ ਮਨਾਉਣ ਵਾਸਤੇ ਦੂਰਾਂ ਦਰੇਡਾਂ ਤੋਂ ਪਹੁੰਚਦੇ ਹੈ ਅਤੇ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਦੁਆਰਾ ਜੋ ਮਹੱਲੇ ਵਾਲੇ ਦਿਨ ਖੁੱਲ੍ਹੇ ਮੈਦਾਨ ਦੇ ਵਿੱਚ ਜੋ ਘੌੜ ਦੌੜ ਕਰਕੇ ਨੇਜਾਬਾਜੀ ਅਤੇ ਪੰਥ ਖਾਲਸੇ ਦੇ ਜਿਹੜੇ ਹੈ ਜੰਗ ਦੇ ਜੌਹਰ ਖਾਲਸਾ ਜਿਹੜਾ ਵਿਖਾ ਕੇ ਤੇ ਸਮੁੱਚੀ ਕੌਮ ਦੇ ਵਿੱਚ ਸਿੱਖ ਕੌਮ ਦਾ ਸਿਰ ਉੱਚਾ ਕਰਦਾ ਹੈ ਤੇ ਸ਼ਾਨ ਬਾਣ ਦੇ ਨਾਲ ਖਾਲਸਾ ਆਪਣਾ ਜੀਵਨ ਜਿਉਂਦਾ ਹੈ ਤੇ ਸਾਰਿਆਂ ਨੂੰ ਆਪੋ ਆਪਣੇ ਧਰਮਾਂ ਦੇ ਵਿੱਚ ਪਰਪੱਕ ਰਹਿਣ ਦਾ ਸੰਦੇਸ਼ ਦਿੰਦਾ ਹੈ। ਹਰ ਗੁਰਸਿੱਖ ਮਾਈ ਭਾਈ ਨੂੰ ਚਾਹੀਦਾ ਹੈ ਕਿ ਗੁਰੂ ਕੀ ਸਿੱਖੀ ਦੇ ਵਿੱਚ ਪਰਪੱਕ ਰਹਿਣਾ, ਧਰਮ ਦੀ ਕਿਰਤ ਕਰਨੀ, ਦਸਾਂ ਨਾਵਾਂ ਦੀ ਕਿਰਤ ਕਰਕੇ ਜੋ ਜਿੱਥੇ ਆਪ ਛਕਣਾ ਉੱਥੇ ਸਭ ਨੂੰ ਛਕਾਉਣਾ। ਗੁਰੂ ਪਾਤਸ਼ਾਹ ਮਹਾਰਾਜ ਦਾ ਇਹ ਮਾਰਗ ਹੈ, ਕਾਲ ਖਾਏ ਕੇ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਤਾਂ ਹੀ ਅੱਜ ਸਿੱਖ ਕੌਮ ਦੇ ਵਿੱਚ ਲੰਗਰਾਂ ਦੀ ਪ੍ਰਥਾ ਜਿਹੜੀ ਹੈ ਥਾਂ ਥਾਂ ਤੇ ਚੱਲ ਰਹੀ ਹੈ। ਕਿਸੇ ਵੀ ਪਾਸਿਓਂ ਰਸਤੇ ਦੇ ਵਿੱਚ ਕੋਈ ਐਸੀ ਥਾਂ ਨਹੀਂ ਜਿੱਥੇ ਜੋ ਪੈਰ ਪੈਰ ਤੇ ਲੰਗਰ ਨਾ ਚੱਲਦੇ ਹੋਣ। ਹਰ ਪ੍ਰਕਾਰ ਦੇ ਲੰਗਰ ਸੰਗਤਾਂ ਚਲਾ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੈ ਤੇ ਦਸਾਂ ਨਾਵਾਂ ਦੀ ਕਿਰਤ ਕਮਾਈ ਨੂੰ ਸਫਲਾ ਕਰਦੇ ਹੈ। ਸਤਿਗੁਰੂ ਗੁਰੂ ਬਾਜਾਂ ਵਾਲੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਦਾ ਸਭ ਦੇ ਅੰਗ ਸੰਗ ਸਹਾਈ ਰਹਿਣ ਤੇ ਸਮੁੱਚੀ ਮਨੁੱਖਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਰਹਿਮਤਾਂ ਕਰਨ। ਗੁਰੂ ਸਾਹਿਬ ਜੀ ਦਾ ਆਪਾਂ ਨੂੰ ਹੁਕਮ ਹੈ। ਕਿੰਨੇ ਦਿਨ ਚੱਲਦਾ ਹੈ ਇਤੋਂ ਦਾ ਮੁਹੱਲਾ ਕਿੰਨੇ ਦਿਨ? ਜੋ ਇਹ 7-8 ਦਿਨ ਦਾ ਜੋੜ ਮੇਲਾ ਹੈ। ਪਹਿਲਾਂ ਤੋਂ ਹੀ ਤਿਆਰੀਆਂ ਹੋ ਜਾਂਦੀਆਂ ਹੋਲੇ ਮਹੱਲੇ ਦੇ ਜੋ ਸੰਗਤਾਂ ਦੂਰਾਂ ਤੋਂ ਆਣ ਕੇ ਜ਼ਿਲ੍ਹਿਆਂ ਤੋਂ ਆਣ ਕੇ ਇੱਥੇ ਆਪੋ ਆਪਣੇ ਥਾਵਾਂ ਤੇ ਲੰਗਰ ਲਾਉਣੇ ਜਿਹੜੇ ਹੈ ਉਹ ਤਿਆਰੀ ਕਰਦੇ ਹੈ। ਤਕਰੀਬਨ 10 ਕੁ ਦਿਨ ਦਾ ਜੋੜ ਮੇਲਾ ਜਿਹੜਾ ਹੈ ਸੰਗਤਾਂ ਨੂੰ ਦਰਸ਼ਨ। ਤੁਸੀਂ ਕਿੱਥੋਂ ਆਏ ਬਾਬਾ? ਅਸੀਂ ਤਰਨਤਾਰਨ ਜ਼ਿਲ੍ਹੇ ਦੇ ਵਿੱਚੋਂ ਗੁਰਦੁਆਰਾ ਗੁਰੂ ਕਾ ਝਾੜ ਸਾਹਿਬ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਪਾਵਨ ਸਥਾਨ ਹੈ ਜਿੱਥੇ ਸਤਿਗੁਰਾਂ ਜੀ ਨੇ ਪਵਿੱਤਰ ਮੁਬਾਰਕ ਚਰਨ ਪਾਏ। ਧੰਨ ਮਹਾਂਪੁਰਖ ਬਾਬਾ ਗੁੱਜਰ ਸਿੰਘ ਜੀ, ਧੰਨ ਬਾਬਾ ਜੱਸਾ ਸਿੰਘ ਜੀ ਮਹਾਂਪੁਰਖਾਂ ਨੇ ਜੋ ਸਿੱਖੀ ਮਾਰਗ ਦੇ ਚੱਲ ਕੇ ਆਪ ਚੱਲ ਕੇ ਤੇ ਸਭਨਾਂ ਨੂੰ ਗੁਰੂ ਮਹਾਰਾਜ ਦੇ ਪੰਥ ਰਾਹ ਤੇ ਚਲਾਇਆ ਹੈ। ਉਹਨਾਂ ਸਤਿਗੁਰਾਂ ਦੇ ਚਲਾਏ ਹੋਏ ਮਾਰਗ ਤੇ ਮਹਾਂਪੁਰਖ ਚੱਲੇ, ਸਾਨੂੰ ਸਾਰਿਆਂ ਨੂੰ ਉਦੇਸ਼ ਦੇ ਕੇ ਗਏ ਹੈ ਤੇ ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ। ਪਰ ਹੁਣ ਜਿਸ ਤਰੀਕੇ ਦੇ ਨਾਲ ਸਿੱਖੀ ਨੂੰ ਢਾਹ ਲੱਗ ਰਹੀ ਆ ਉਹਦੇ ਬਾਰੇ ਤੁਹਾਡੀ ਵੇਖੋ ਜੀ, ਇਹ ਕੁਦਰਤ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਕੌਮਾਂ ਦੇ ਵਿੱਚ ਗਿਰਾਵਟ ਲਿਆਉਣ ਵਾਸਤੇ ਕਈ ਜਿਹੜੀਆਂ ਹੈ ਉਹ ਨਕਲੀ ਜਥੇਬੰਦੀਆਂ ਤਿਆਰ ਹੋਈਆਂ ਹੈ। ਉਹਨਾਂ ਦੇ ਉਲਟੇ ਸਿੱਧੇ ਪ੍ਰਚਾਰ ਕਰਨ ਕਰਕੇ ਨੌਜਵਾਨ ਪੀੜ੍ਹੀ ਗੁੰਮਰਾਹ ਹੋ ਕੇ ਉਹਨਾਂ ਦੇ ਮਾਰੇ ਤੇ ਜ਼ਿਆਦਾ ਕੋ ਸੋਸ਼ਲ ਮੀਡੀਆ ਦਾ ਕਾਰਨ ਕੋ ਮੋਬਾਈਲਾਂ ਦੀਆਂ ਗਲਤ ਹਰਕਤਾਂ ਦੇ ਨਾਲ ਬਾਲ ਬੱਚੇ ਜਿਹੜੇ ਹੈ ਉਹ ਕਲਾਕਾਰਾਂ ਦੀਆਂ ਰੀਸਾਂ ਕਰਨ ਵਾਸਤੇ ਕੇਸ ਕਟਾ ਕੇ, ਵੈਸੇ ਪੰਥ ਖਾਲਸੇ ਦੇ ਵਿੱਚ ਜਿੱਥੇ ਗੁਰੂ ਸਾਹਿਬ ਨੇ ਆਨ ਸ਼ਾਨ ਬਖਸ਼ੀ ਹੈ, ਭਾਵੇਂ ਨੌਜਵਾਨ ਬੱਚੇ ਆਉਂਦੇ ਹੈ, ਕੇਸ ਉਹਨਾਂ ਦੇ ਕੱਟੇ ਹੁੰਦੇ ਹੈ, ਦਾੜੇ ਕੱਟੇ ਹੁੰਦੇ ਹੈ, ਉਹ ਦਮਾਲੇ ਬੰਨ੍ਹਦੇ ਹੈ, ਨੀਲੇ ਪਰਨੇ ਬੰਨ੍ਹ ਕੇ ਜਕਾਰੇ ਗਜਾਉਂਦੇ ਹੈ, ਪਰ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਦੇ ਹੈ ਸੱਚੀ ਪਾਤਸ਼ਾਹ ਨੌਜਵਾਨ ਬੱਚਿਆਂ ਨੂੰ ਵੀ ਸਮੱਤ ਬਖਸ਼ਣ, ਉਹਨਾਂ ਨੂੰ ਵੀ ਆਪਣੇ ਵੱਡ ਵਡੇਰਿਆਂ ਦੇ ਸਤਿਗੁਰਾਂ ਦੇ ਚਲਾਏ ਹੋਏ ਮਾਰਗ ਤੇ ਚੱਲਣ ਦਾ ਉਪਦੇਸ਼ ਦੇਣ ਤੇ ਸੱਚੀ ਪਾਤਸ਼ਾਹ ਆਪਣੇ ਪੰਥ ਦੇ ਸਹਾਈ ਹੋਣ। ਨਸ਼ੇ ਵੱਲ ਨੂੰ ਅੱਜ ਦੀ ਪੀੜ੍ਹੀ ਤੁਰੀ ਜਾ ਰਹੀ ਆ, ਉਹਦੇ ਵਾਸਤੇ ਤੁਹਾਡਾ ਕੀ ਸੰਦੇਸ਼? ਨਸ਼ਾ ਜਿਹੜਾ ਜੀ ਇਹ ਤਾਂ ਇੱਕ ਇਹ ਸਰੀਰ ਵਾਸਤੇ, ਕੌਮ ਵਾਸਤੇ
ਸਮੁੱਚੀ ਮਨੁੱਖਤਾ ਵਾਸਤੇ ਇੱਕ ਬਹੁਤ ਵੱਡਾ ਕੋਡ ਹੈ ਤੇ ਨੌਜਵਾਨੀ ਨੂੰ ਖਤਮ ਜਿਹੜਾ ਕਰਨ ਵਾਸਤੇ ਸਭ ਤੋਂ ਬੁਰਾ ਇਹ ਕੁੰਗੀ ਜਿਹੜੀ ਹੈ ਪਈ ਹੋਈ ਹੈ। ਇਸ ਵਾਸਤੇ ਨਸ਼ੀੜੇ ਜੀਵ ਜਿਹੜੇ ਹੈ ਬਹੁਤ ਜੀਵਾਂ ਦਾ ਜਿੱਥੇ ਆਪਣੀ ਜਵਾਨੀ ਦਾ ਨੁਕਸਾਨ ਕਰ ਰਹੇ ਹੈ, ਭਲੇ ਮਾਨਸ ਲੋਕਾਂ ਨੂੰ ਉਹ ਲੁੱਟਣ ਪੁੱਟਣ ਦਾ ਯਤਨ ਕਰਦੇ, ਕਈਆਂ ਤੇ ਜਾਨਲੇਵਾ ਵਾਰ ਵੀ ਕਰਦੇ ਹੈ। ਪਰ ਸਤਿਗੁਰੂ ਕਿਰਪਾ ਕਰਨ ਇਹੋ ਜਿਹੇ ਗਲਤ ਅਨਸਰਾਂ ਨੂੰ ਹੀ ਸਤਿਗੁਰੂ ਪਾਤਸ਼ਾਹ ਸਮੱਤ ਬਖਸ਼ਣ। ਨਸ਼ਾ ਜਿਹੜਾ ਇਹ ਗੁਰੂ ਪਾਤਸ਼ਾਹ ਨੇ ਕੋਈ ਨਹੀਂ ਲਾਇਆ ਸਾਨੂੰ ਖਾਲਸੇ ਨੂੰ, ਇਹ ਸਿਰਫ ਬੁਰੀ ਸੰਗਤ ਦਾ ਫਲ ਹੁੰਦਾ ਹੈ। ਤੇ ਕਈ ਲੋਕ ਆਪਣੇ ਮਾਣਾਈਆਂ ਕਰਨ ਵਾਸਤੇ ਨਸ਼ਿਆਂ ਦੇ ਵਿੱਚ ਲੱਗ ਕੇ ਉਹ ਆਪਣੇ ਪਰਿਵਾਰ ਨੂੰ ਵੀ ਦੁਖੀ ਕਰਦੇ, ਆਪਣੇ ਆਪ ਨੂੰ ਵੀ ਨਾਸ਼ ਕਰ ਰਹੇ ਹੈ ਤੇ ਆਂਢ ਗੁਆਂਢ ਦਾ ਵੀ ਜਿਹੜਾ ਹੈ ਉਹ ਬੁਰਾ ਹੀ ਸੋਚਦੇ ਹੈ। ਗੁਰੂ ਕਿਰਪਾ ਕਰਨ ਅਸੀਂ ਅਰਦਾਸ ਕਰਦੇ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਸਮੱਤ ਬਖਸ਼ੇ ਤੇ ਸੱਚੇ ਪਾਤਸ਼ਾਹ ਸਹਾਈ ਹੋਣ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੱਥੋਂ ਆ ਬਾਬਾ ਜੀ? ਲੁਧਿਆਣੇ ਤੋਂ ਜੀ। ਕਿਹੜੀ ਜਥੇਬੰਦੀ ਤੁਹਾਡੀ? ਹਾਂਜੀ, ਕਿਹੜੀ ਜਥੇਬੰਦੀ? ਆਮ ਹੀ ਹੈ ਬਾਬਾ ਜੀ। ਹੋਲੇ ਮਹੱਲੇ ਦੇ ਬਾਰੇ ਥੋੜਾ ਜਿਹਾ ਦੱਸੋ ਸਾਨੂੰ। ਹੋਲੇ ਮਹੱਲੇ ਬਾਰੇ ਦੇ ਬਾਬਾ ਜੀ ਜਿਵੇਂ ਹਿੰਦੂ ਧਰਮ ਦੇ ਲੋਕ ਹੋਲੀ ਖੇਡਦੇ ਨੇ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਟਾਈਮ ਤੋਂ ਹੀ ਹੋਲਾ ਮਹੱਲਾ ਚੱਲਦਾ ਆ ਰਿਹਾ ਜੀ। ਉਹਨਾਂ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀਗਾ ਵੀ ਮਤਲਬ ਕਿ ਇਹ ਹਿੰਦੂ ਧਰਮ 'ਚ ਜਿਹੜਾ ਹੈਗਾ ਵਾ ਕਾਫੀ ਦਿਨ ਤੱਕ ਮਨਾਉਂਦੇ ਆ, ਹੋਲੀ ਰੰਗ ਨੂੰ ਖੇਡਦੇ ਆ। ਤੇ ਗੁਰੂ ਗੋਬਿੰਦ ਸਿੰਘ ਨੇ ਮਹਾਰਾਜ ਦੇ ਟਾਈਮ 'ਤੇ ਗੁਰੂ ਸਾਹਿਬ ਜੀ ਨੇ ਗੱਤਕਾ ਖਿਡਾਉਣਾ, ਘੋੜ ਸਵਾਰੀ ਕਰਨੀ, ਹੋਰ ਵੀ ਮਤਲਬ ਕਿ ਵਿੱਦਿਆ ਦੇਣੀ। ਤੇ ਇਸ ਕਰਕੇ ਮਤਲਬ ਕਿਹੜੇ ਕਿਹੜੇ ਕੌਤਕ ਦਿਖਾਏ ਜਾਂਦੇ ਨੇ ਨਿਹੰਗ ਸਿੰਘਾਂ ਵੱਲੋਂ ਇੱਥੇ? ਨਿਹੰਗ ਸਿੰਘਾਂ ਵੱਲੋਂ ਇੱਥੇ ਗੱਤਕਾ ਖੇਡਿਆ ਜਾਂਦਾ ਆ ਤੇ ਘੋੜ ਸਵਾਰੀ ਕੀਤੀ ਜਾਂਦੀ ਆ ਤੇ ਵਾਰੀ ਹੁੰਦੀ ਹੈ ਜੀ। ਬੇਬਾਜੀ ਹੁੰਦੀ ਹੈ। ਕਿੱਥੋਂ ਆ ਬਾਬਾ ਜੀ? ਜੀ ਦਿੱਲੀ ਤੋਂ ਆਏ ਜੀ। ਹੋਲਾ ਮਹੱਲਾ ਮਨਾਇਆ ਜਾਂਦਾ, ਤੁਸੀਂ ਕਿੰਨੇ ਦਿਨ ਤੋਂ? ਅਸੀਂ ਤੇ ਜੀ ਕੱਲ ਹੀ ਆਏ ਆ। ਕਿਹੜੇ ਕਿਹੜੇ ਜੋਹਰ ਦਿਖਾਏ ਜਾਂਦੇ ਨੇ? ਇੱਥੇ ਸ਼ਸਤਰ ਵਿਦਿਆ ਦੇ ਜੋਹਰ ਦਿਖਾਏ ਜਾਂਦੇ ਆ ਤੇ ਘੋੜ ਸਵਾਰੀ ਤੇ ਕਿੱਲਾ ਪਟਾਈ ਹੁੰਦੀ ਆ। ਇੱਕ ਘੋੜੇ ਦੋ ਘੋੜੇ ਤੇ ਇੱਕ ਨਿਹੰਗ ਸਿੰਘ ਜਾਂਦੇ ਆ, ਤਿੰਨ ਘੋੜੇ ਨੂੰ ਲੈ ਕੇ ਸਵਾਰ ਹੁੰਦੇ ਆ, ਆਪਣੇ ਸ਼ਸਤਰ ਵਿਦਿਆ ਦੇ ਜੋਹਰ ਕਰਤੱਵ ਦਿਖਾਉਂਦੇ ਆ। ਕਿਸ ਤਰ੍ਹਾਂ ਚੱਲਦਾ ਹੈ ਜੀ ਇੱਥੇ ਪੱਥੇ ਤੇ ਤੀਰ ਚੜਾਇਆ ਜਾਂਦਾ ਤੇ ਟ੍ਰਿਗਰ ਨੂੰ ਦੱਬ ਕੇ ਤੀਰ ਜਾਂਦਾ ਜੀ। ਹਾਂਜੀ, ਇਹ ਯੂਨੀਕ ਹੈ ਅੱਜ ਹਾਂਜੀ ਹਾਂਜੀ ਹਾਂਜੀ। ਨਹੀਂ ਐਸਾ ਗੁਰੂ ਮਹਾਰਾਜ ਨੇ ਵੀ ਸ਼ਸਤਰ ਚਲਾਇਆ ਸੀਗਾ ਤੇ ਜਿਹਦੇ ਉੱਤੇ ਹਾਂਜੀ ਪੁਰਾਤਨ ਸ਼ਸਤਰ ਪੁਰਾਣਾ ਹੀ ਆ ਤੇ ਇਦਾਂ ਦੇ ਫਿਰ ਬਾਅਦ ਚੋਂ ਦੀ ਹੁਣ ਬਾਹਰ ਇਦਾਂ ਦੇ ਸ਼ਸਤਰ ਬਣਦੇ ਨੇ। ਗੁਰੂ ਮਹਾਰਾਜ ਦੀ ਰੀਤ ਅਨੁਸਾਰ ਚੱਲਦੇ ਆਏ ਨੇ। ਇਹ ਸ਼ਸਤਰ ਪੁਰਾਣੇ ਨੇ, ਜੰਗਾਂ 'ਚ ਵੀ ਇਹ ਸ਼ਸਤਰ ਵਰਤੇ ਗਏ ਨੇ। ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਝ ਕੰਪੀਟੀਸ਼ਨ ਵੀ ਇੱਥੇ ਹੁੰਦੇ ਨੇ ਦਸਤਾਰ ਨੂੰ ਲੈ ਕੇ, ਦਸਤਾਰ ਸਿਖਲਾਈ ਕੇਂਦਰ ਅਤੇ ਕੈਂਪ ਵੀ ਲੱਗਦੇ ਨੇ ਦਸਤਾਰ ਦੇ, ਅਤੇ ਹੋਰ ਵੀ ਫ੍ਰੀ ਮੈਡੀਕਲ ਕੈਂਪ ਵੀ ਲੱਗੇ ਹੋਏ ਨੇ। ਉਹਨਾਂ ਦੇ ਨਾਲ ਵੀ ਅਸੀਂ ਕੁਝ ਗੱਲਬਾਤ ਕੀਤੀ, ਉਹ ਵੀ ਤੁਹਾਨੂੰ ਦਿਖਾਉਂਦੇ ਆ। ਇਹ ਅਸੀਂ ਆਪਣੇ 2011 ਦੇ ਵਿੱਚ ਮੁਹਿੰਮ ਸ਼ੁਰੂ ਕੀਤੀ ਸੀਗੀ ਤੇ ਉਹਦੇ ਮਤਲਬ ਕਿ ਪਿਛਲੇ ਸਾਲ ਤੋਂ ਮਤਲਬ ਕਿ ਰੈਗੂਲਰ ਕੈਂਪ ਲਾ ਰਹੇ ਹਾਂ ਤੇ ਸਾਨੂੰ ਇੱਦਾਂ ਵੀ ਜਿਹੜੀ ਪਤਿਤ ਹੋ ਚੁੱਕੀ ਹੈ ਸਾਡੀ ਜਨਰੇਸ਼ਨ, ਉਹ ਦਸਤਾਰ ਵੱਲ ਜੁੜੇ ਤੇ ਸਿੱਖੀ ਕੌਮ ਵੱਲ ਜੁੜ ਗਏ। ਹਾਂਜੀ, ਅਸੀਂ ਦਸਤਾਰ ਦੇ ਨਾਲ ਇਹ ਮੈਸੇਜ ਵੀ ਦੇਣਾ ਚਾਹੁੰਦੇ, ਦਸਤਾਰ ਦੀ ਆਪਾਂ ਕਿੱਦਾਂ ਸੰਭਾਲ ਵੀ ਕਰ ਸਕਦੇ ਹਾਂ। ਦਸਤਾਰ ਮਤਲਬ ਕਿ ਸਾਨੂੰ ਦਿੱਤੀ ਕਿੱਦਾਂ ਆ, ਦਸਤਾਰ ਦੀ ਸੰਭਾਲ ਇੱਦਾਂ ਨਹੀਂ ਵੀ ਦਸਤਾਰ ਬੰਨ੍ਹ ਕੇ ਅਸੀਂ ਗੇੜੀਆਂ ਮਾਰੀ ਜਾਂ ਕੁਛ ਕਰੀਏ। ਦਸਤਾਰ ਜੋ ਸਾਡੇ ਮਤਲਬ ਸਿਰ ਤੇ ਤਾਜ ਹੈ, ਤਾਜ ਦੀ ਅਸੀਂ ਵੈਲਿਊ ਵੀ ਸਮਝ ਸਕੀਏ ਤੇ ਜੋ ਸਾਨੂੰ ਮਤਲਬ ਕਿ ਮਹਾਰਾਜ ਨੇ ਦਿੱਤਾ ਆ ਤੇ ਉਹਦੇ ਆਦੇਸ਼ ਦੇ ਅਕੋਰਡਿੰਗ ਤੇ ਉਹਨਾਂ ਦੇ ਮਤਲਬ ਕਿ ਫਲਸਫੇ ਤੇ ਆਪਾਂ ਚੱਲ ਵੀ ਸਕੀਏ। ਪੂਰੇ ਹੋਲੇ ਮਹੱਲੇ ਦੌਰਾਨ ਕਿੰਨੇ ਦਿਨ ਰਹਿੰਦਾ ਹੈ? ਇਹ 3 ਦਿਨ, ਇਹ 28 ਤਰੀਕ ਨੂੰ ਤੇ ਆਪਣਾ ਪਹਿਲੀ ਨੂੰ ਅੱਜ ਤੇ ਕੱਲ ਦਾ ਦਿਨ ਰਹੇਗਾ। 3 ਦਿਨ ਹਰ ਵਾਰ ਲੱਗਦਾ ਹੈ ਤੇ ਇਹੀ ਮਤਲਬ ਕਿ ਆਪਣਾ ਕੈਂਪ ਵਿਸਾਖੀ ਨੂੰ ਵੀ ਲੱਗੇਗਾ। ਭਾਜੀ ਕਿਹੜੀ ਕਿਹੜੀ ਚੀਜ਼ ਦੀ ਦਵਾ? ਸਰ ਸਾਰੇ ਜਿਸ ਤਰ੍ਹਾਂ ਪੇਸ਼ੈਂਟ ਦਾ ਬੀਪੀ ਵਗੈਰਾ ਵੱਧਦਾ ਹੈ ਉਸ ਵਾਸਤੇ ਹੈ, ਕੋਈ ਘਬਰਾਹਟ ਵਗੈਰਾ ਹੁੰਦੀ ਹੈ, ਐਲਰਜੀ ਵਗੈਰਾ ਹੈ, ਉਲਟੀ ਵਗੈਰਾ ਆਉਂਦੀ ਹੈ, ਹਰ ਇੱਕ ਚੀਜ਼ ਵਾਸਤੇ ਮੈਡੀਸਿਨ ਦੇ ਰਹੇ ਹਾਂ ਜੀ। ਤਰਨਤਾਰਨ ਤੋਂ ਅਸੀਂ ਆਏ ਰੈੱਡ ਕਰਾਸ ਸੁਸਾਇਟੀ ਵੱਲੋਂ। ਹਾਂਜੀ, ਕਿਹੜੀ ਸੁਸਾਇਟੀ ਵੱਲੋਂ? ਰੈੱਡ ਕਰਾਸ ਸੁਸਾਇਟੀ ਵੱਲੋਂ। ਹਾਂਜੀ ਓਕੇ, ਤੇ ਫ੍ਰੀ ਐਂਬੂਲੈਂਸ ਸਰਵਿਸ? ਹਾਂਜੀ ਸਰ, ਫ੍ਰੀ ਹੈ, ਫ੍ਰੀ ਸਾਰਾ। ਇਹ ਸਰ ਅੱਜ ਸਵੇਰ ਤੋਂ ਲੱਗਾ ਹੈ 9 ਵਜੇ ਤੋਂ ਲੈ ਕੇ ਸ਼ਾਮ ਦੇ 5-6 ਵਜੇ ਤੱਕ ਲੱਗਣਾ ਹੈਗਾ ਔਰ ਕੱਲ ਵੀ 9 ਵਜੇ ਤੋਂ ਲੈ ਕੇ ਸਵੇਰ ਦੇ 5-6 ਵਜੇ ਤੱਕ ਹੀ ਲੱਗਣਾ ਹੈਗਾ। ਹਾਂਜੀ, ਥੈਂਕ ਯੂ। ਓਕੇ। ਦਵਾ ਹੀ ਆ ਜੀ ਆ ਲਈ ਗੈਸ ਦੀ ਆ, ਬੀਪੀ ਬੂਪੀ ਦੀ। ਹਾਂਜੀ ਹਾਂ ਬਹੁਤ ਵਧੀਆ ਫ੍ਰੀ ਚੈੱਕ ਦਿੰਦੇ ਦਵਾ। ਹੁਣ ਅਸੀਂ ਤੁਹਾਨੂੰ ਕੁਝ ਮੁਕਾਬਲੇ ਹੁੰਦੇ ਨੇ ਕਬੱਡੀ ਦੇ ਅਤੇ ਹੋਰ ਵੀ ਕਈ ਖੇਡਾਂ ਹੁੰਦੀਆਂ ਨੇ, ਤੁਹਾਨੂੰ ਦਿਖਾਉਂਦੇ ਹਾਂ ਕੁਝ ਕਬੱਡੀ ਦੇ ਅਸੀਂ ਮੁਕਾਬਲੇ ਦੇ ਕੁਝ ਸ਼ਾਰਟਸ ਲਏ ਨੇ, ਉਹ ਤੁਹਾਨੂੰ ਦਿਖਾਉਂਦੇ ਹਾਂ ਕਿ ਕਬੱਡੀ ਦੇ ਵਿੱਚ ਕੀ ਕੁਝ ਹੁੰਦਾ ਹੈ। ਤੇ ਕਿਉਂਕਿ ਖੇਡ ਕਬੱਡੀ ਜਿਹੜੀ ਆ ਉਹ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਹੀ ਬਿਲੋਂਗ ਕਰਦੀ ਹੈ, ਕਿਤੇ ਨਾ ਕਿਤੇ ਉਹ ਪੰਜਾਬ ਤੋਂ ਹੀ ਸੰਬੰਧਿਤ ਹੈ। ਤੇ ਅੱਜ ਤੁਹਾਨੂੰ ਦਿਖਾਉਂਦੇ ਹਾਂ ਕਬੱਡੀ ਦੇ ਬਾਰੇ।
ਕਬੱਡੀ ਤੋਂ ਬਾਅਦ ਇੱਕ ਅਹਿਮ ਜਿਹੜਾ ਖੇਲ ਹੁੰਦਾ ਹੈ ਉਹ ਹੁੰਦਾ ਹੈ ਗੱਤਕਾ ਅਤੇ ਜਿਹੜੇ ਨਿਹੰਗ ਸਿੰਘ ਜੌਹਰ ਦਿਖਾਉਂਦੇ ਨੇ ਆਪਦੇ, ਉਹ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਆ। ਜਿਹੜੇ ਨਿਹੰਗ ਸਿੰਘਾਂ ਨੇ ਆਪਦੇ ਜੌਹਰ ਦਿਖਾਏ, ਆਓ ਆਪਾਂ ਦਿਖਾਉਂਦੇ ਆ ਤੁਹਾਨੂੰ ਕਿ ਨਿਹੰਗ ਸਿੰਘਾਂ ਨੇ ਕਿਸ ਤਰੀਕੇ ਦੇ ਨਾਲ ਘੋੜਸਵਾਰੀ ਕਰਕੇ ਤੇ ਕਿਸ ਤਰੀਕੇ ਦੇ ਨਾਲ ਜਿਹੜੀ ਇੰਨੀ ਆਡੀਅנס ਆਈ ਸੀਗੀ ਦੇਖਣ ਵਾਸਤੇ, ਜਿਹੜੇ ਇੰਨੀ ਸੰਗਤ ਆਈ ਸੀਗੀ, ਉਸ ਦਾ ਕਿਸ ਤਰੀਕੇ ਦੇ ਨਾਲ ਮਨੋਰੰਜਨ ਕਰ ਰਹੇ ਨੇ। ਆਓ ਅਸੀਂ ਦਿਖਾਉਂਦੇ ਹਾਂ ਤੇ ਮੁਕਾਬਲਾ ਦਿਖਾਉਂਦੇ ਹਾਂ ਕਿ ਘੋੜਸਵਾਰੀ ਦਾ ਮੁਕਾਬਲਾ ਕਿਸ ਤਰੀਕੇ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੁੰਦਾ ਹੈ। ਹੋਲਾ ਖੇਡਣੇ ਨਿਹੰਗ ਸਿੰਘ ਆਉਂਦੇ ਨੇ, ਜੜ ਘੋੜਿਆਂ ਤੇ ਜੋਹਰ ਵਿਖਾਉਂਦੇ ਨੇ। ਹੋਲਾ ਖੇਡਣੇ ਨਿਹੰਗ ਸਿੰਘ ਆਉਂਦੇ ਨੇ, ਜੜ ਘੋੜਿਆਂ ਤੇ ਜੋਹਰ ਵਿਖਾਉਂਦੇ ਨੇ। ਫਿਰ ਬਾਜਾਂ ਵਾਲੇ ਆਉਂਦੇ ਕੁੱਟ ਸੀਨੇ ਨਾਲ ਲਾਉਂਦੇ, ਦੇਣ ਖਾਲਸੇ ਨੂੰ ਆਪ ਵਡਿਆਈਆਂ। ਹੋਲਾ ਮਹੱਲਾ ਅਨੰਦਪੁਰ ਦਾ ਜੀ ਸਭ ਸੰਗਤਾਂ ਨੂੰ ਹੋਣ ਵਧਾਈਆਂ। ਹੋਲਾ ਮਹੱਲਾ ਅਨੰਦਪੁਰ ਦਾ ਜੀ ਸਭ ਸੰਗਤਾਂ ਨੂੰ ਹੋਣ ਵਧਾਈਆਂ। ਹੋਲੇ ਮਹੱਲੇ ਦੇ ਇਸ ਪਰਬ ਨੂੰ ਦੁਕਾਨਾਂ ਵੀ ਕਾਫੀ ਸੱਜ ਜਾਂਦੀਆਂ ਨੇ, ਕਿਉਂਕਿ ਸਿੱਖ ਸੰਗਤ ਜਦ ਆਂਦੀ ਹੈ ਤੇ ਉਹ ਕੁਝ ਖਰੀਦਣ ਵਾਸਤੇ ਵੀ ਘਰ ਨੂੰ ਲੈ ਜਾਣ ਵਾਸਤੇ ਭਾਵੇਂ ਪ੍ਰਸ਼ਾਦ ਦੀਆਂ ਦੁਕਾਨਾਂ ਹੋਣ ਜਾਂ ਫਿਰ ਹੋਰ ਵੀ ਕਈ ਜਿਹੜੀਆਂ ਦੁਕਾਨਾਂ ਹੁੰਦੀਆਂ ਨੇ, ਭਾਵੇਂ ਉਹ ਕਕਾਰ ਦੀਆਂ ਹੋਣ ਜਾਂ ਫਿਰ ਜਿਹੜੀਆਂ ਵੀ ਆਮ ਜ਼ਰੂਰਤਾਂ ਹੁੰਦੀਆਂ ਨੇ ਅੱਜ ਕੱਲ੍ਹ, ਉਹਨਾਂ ਨੂੰ ਲੈ ਕੇ ਦੁਕਾਨਾਂ ਕਿੰਨੀਆਂ ਸੱਜੀਆਂ ਹੋਈਆਂ ਨੇ। ਆਓ ਤੁਹਾਨੂੰ ਕੁਝ ਦੁਕਾਨਾਂ ਦਾ ਦ੍ਰਿਸ਼ ਅਸੀਂ ਦਿਖਾਉਂਦੇ ਹਾਂ। जब भी आप श्री गुरु ग्रंथ साहब के अगे मत्था टेकन वास्ते जाने हैं तो उस तो पहला आप इशनान करते हैं। तो इशनान वास्ते सब तो जी वधिया जगह तो पवित्र जगह होंदी ने वो इकट्ठे इशनान करना श्री सरोवर साहिब दे विच। आओ असीं तुहानूं सरोवर साहिब के दर्शन कराने आ। सरोवर साहिब के कुछ दृश्य इस टाइम सिख संगत दे विच कई जथेबंदियां भी बन चुकियां हैं अते ये जथेबंदियां भी अड अड सिखां दे विच एक ग्रुप बना के आंदियां ने श्री आनंदपुर साहिब ते वो सेवा करदियां ने। इस तरीके दे नाल ही कुछ जथेबंदियां दे नाल असीं गलबात करन दी कोशिश कीती, जिस दे विच एक सी संत बाबा भूरी वाले जी, उन्हां ने जो जिहड़ी सेवा करदे ने उन्हां दे नाल असीं गलबात कीती। संत बाबा भूरी जी दी जिहड़ी सेवा संभाल रही है संगत, उन्हां दे नाल असीं कुछ गलबात कीती। आओ असीं तुहानूं उस दे भी कुछ अंश सुनाने हाँ अते उत्थों दा भी कुछ दृश्य तुहाडे नाल साझा करदे हां। डाले के नगर तो आए श्री तरन ताਰਨ ਸਾਹਿਬ ਜ਼ਿਲ੍ਹਾ ਸਾਡਾ ਤੇ ਹਰ ਸਾਲ ਇਸ ਮਹਾਨ ਸਮਾਗਮ ਦੇ ਵਿੱਚ ਜੋ ਖਾਲਸਾ ਪੰਥ ਦਾ ਇੱਕ ਬਹੁਤ ਹੀ ਸ਼ਾਂਤੀ ਪ੍ਰਤੀਕ ਅਤੇ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਜੋ ਐਸ ਖਾਲਸਾ ਪੰਥ ਦੇ ਵਿੱਚੋਂ ਆਉਣ ਕਰਕੇ ਸਾਰੀਆਂ ਸੰਗਤਾਂ ਨੂੰ ਮਿਲਦਾ ਹੈ। ਤੇ ਅਸੀਂ ਹਰ ਸਾਲ ਆਪਣੇ ਜਥੇ ਸਮੇਤ ਡਾਲੇ ਕੇ ਨਗਰ ਤੋਂ ਸ਼ਹੀਦਾਂ ਸਿੰਘਾਂ ਦੇ ਸਥਾਨ ਤੋਂ ਅਰਦਾਸ ਬੇਨਤੀ ਕਰਕੇ ਪਹੁੰਚਦੇ ਜਥੇਦਾਰ ਹੋਰ ਵੀ ਸਾਡੀਆਂ ਸੇਵਾ ਦਾ ਜਿਹੜੇ ਨੇ ਉਹ ਲੰਗਰਾਂ ਦੇ ਵਿੱਚ ਸੇਵਾ ਮਾਤਾਵਾਂ ਨਾਲ ਸਾਡੀਆਂ ਸੇਵਾ ਕਰਨ ਆਉਂਦੀਆਂ ਨੇ, ਸਾਡੇ ਨੌਜਵਾਨ ਸਿੰਘ ਸੇਵਾ ਕਰਨ ਆਉਂਦੇ ਨੇ। ਤੇ ਹਰ ਹੋਲਾ ਮਹੱਲਾ ਕਿਉਂ ਮਨਾਇਆ ਜਾਂਦਾ ਵਾ, ਥੋੜਾ ਜਿਹਾ ਉਹਦੇ ਬਾਰੇ। ਇਹ ਹੋਲਾ ਮਹੱਲਾ ਜੀ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਆਪਣੇ ਸਮੇਂ ਦੇ ਵਿੱਚ ਜਦੋਂ ਸਤਿਗੁਰੂ ਪਾਤਸ਼ਾਹ ਜੀ ਮੌਜੂਦਾ ਸਨ, ਉਹਨਾਂ ਨੇ ਇਹ ਸ਼ੁਰੂ ਆਪ ਕਰਵਾਇਆ ਕਿ ਜੋ ਜੀ ਹੋਲੀ ਹੈ ਉਸ ਟਾਈਮ ਲੋਕ ਜਿਹੜਾ ਹੈ ਕੋਈ ਰੰਗ ਗੰਦਾ ਰੰਗ ਨਾਲੀਆਂ ਦਾ ਪਾ ਕਰਕੇ ਹੋਰ ਕੁਝ ਪਾ ਕਰਕੇ ਮਨਾਉਂਦੇ ਸੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ ਨੇ ਆਖਿਆ ਵੀ ਇਹ ਗੱਲ ਆਪਾਂ ਨਹੀਂ ਕਰਨੀ, ਆਪਾਂ
ਹੋਲਾ ਮਨਾਉਣਾ ਆ ਸਾਡੇ ਹੋਲਾ ਅਸੀਂ ਸਿੱਖ ਧਰਮ ਦੇ ਵਿੱਚ ਅਸੀਂ ਹੋਲਾ ਮਨਾਉਂਦੇ ਆ, ਜੋ ਕਿ ਇਹਦੇ ਵਿੱਚ ਸਾਰੀਆਂ ਸੰਪਰਦਾਵਾਂ ਜਿੰਨੀਆਂ ਨਿਹੰਗ ਸਿੰਘ ਹੈ ਉਹ ਆਪਣੇ ਸਾਰੇ ਇੱਥੇ ਆਣ ਕੇ ਨਾਲ ਜ਼ੋਰ ਵਿਖਾਉਂਦੇ ਨੇ, ਨਾਲ ਜਿੰਨਾ ਸਾਰਾ ਦਲ ਪੰਥ ਘੋੜਿਆਂ ਸਮੇਤ ਇੱਥੇ ਪਹੁੰਚਦਾ। ਮਹਾਰਾਜ ਪਾਤਸ਼ਾਹ ਜੀ ਦਾ ਜੋ ਹੁਕਮ ਹੈ ਕਿ ਆਹ ਰੰਗ ਪਾ ਕਰਕੇ ਹੋਲਾ ਨਹੀਂ ਖੇਡਣਾ, ਹੋਲਾ ਖੇਡਣਾ ਵਾ ਪ੍ਰੇਮ ਦੇ ਨਾਲ, ਇਕੱਤਰਤਾਈ ਦੇ ਨਾਲ। ਸ਼ਾਸਤਰ ਵਿਦਿਆ ਚੱਲਦੀ ਆ ਜਿਹੜੀ ਗੁਰੂ ਸਾਹਿਬ ਜੀ ਦੇ ਵਿੱਚ ਸਮੇਂ ਦੇ ਵਿੱਚ ਚੱਲਦੀ। ਐਸੇ ਸਟੇਡੀਅਮ ਦੇ ਵਿੱਚ ਹੀ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਇਹ 2 ਫੌਜਾਂ ਤਿਆਰ ਕਰਕੇ, ਧੜੇ 2 ਬਣਾ ਕਰਕੇ, ਤੇ ਜਿਹੜੀਆਂ ਵੀ ਝੂਠੀ ਮੁੱਠੀ ਜਿਹਨੂੰ ਲੜਾਈ ਕਹਿ ਦਿੰਦੇ ਆ, ਜਿਹੜੇ ਜਿੱਤਦੇ ਸੀ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਇਨਾਮ ਦਿੰਦੇ ਸੀ। ਤੇ ਇਸ ਤਰ੍ਹਾਂ ਉਤਸ਼ਾਹ ਪ੍ਰੇਮ ਸ਼ਰਧਾ ਨਾਲ ਸ਼ਾਸਤਰ ਵਿਦਿਆ ਦੀ ਜਿਹੜੀ ਆ ਉਹ ਸਿਖਲਾਈ ਮਹਾਰਾਜ ਪਾਤਸ਼ਾਹ ਦੀ ਵਹਿੰਦੇ ਵੀ ਸਹੀ ਦਿੱਤੀ ਜਾਂਦੀ ਆ। ਕਿ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਖਾਲਸਾ ਪੰਥ ਦੇ ਗੁਰੂ ਨਾਨਕ ਲੇਵਾ ਸਾਧ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਹੋਣ। ਗੁਰੂ ਪਾਤਸ਼ਾਹ ਸਾਡੇ ਨੌਜਵਾਨ ਵੀਰਾਂ ਦੇ ਕਿਰਪਾ ਕਰਨ, ਉਹ ਗੁਰਸਿੱਖੀ ਵੱਲ ਗੁਰਸਿੱਖ ਬਣ ਕੇ ਸਿੱਖੀ ਦੇ ਨਾਲ ਜੁੜਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਕਿੱਥੋਂ ਆਏ ਹੋ ਤੁਸੀਂ? ਅਸੀਂ ਜੀ ਬਟਾਲਾ ਨਗਰੀ ਤੋਂ ਆਏ ਜੀ। ਹਾਂਜੀ, ਅਸੀਂ ਜੀ ਲਗਭਗ 4-5 ਦਿਨ ਵਾਸਤੇ ਇੱਥੇ ਉਰੇ ਹੁੰਦੇ ਆ ਜੀ। ਹੋਲਾ ਮਹੱਲੇ ਦੇ ਵਾਸਤੇ ਅਸੀਂ ਸਪੈਸ਼ਲੀ ਤੌਰ ਤੇ ਇੱਥੇ ਪਹੁੰਚਦੇ ਆ ਜੀ। ਅਸੀਂ ਸਾਰੇ ਵੀਰੇ ਕੋਈ ਸਟੱਡੀ ਕਰਦਾ ਆ, ਕੋਈ ਜੌਬ ਕਰਦਾ ਆ, ਸੋ ਸਾਨੂੰ ਸਾਰਿਆਂ ਨੂੰ ਸਾਲ ਦੇ ਵਿੱਚ ਇਹੀ ਦਿਨਾਂ ਦਾ ਜ਼ਿਆਦਾ ਹੁੰਦਾ ਹੈ ਕਿ ਆਪਾਂ ਇਹ ਦਿਨਾਂ ਦੇ ਵਿੱਚ ਆਪਾਂ ਆਪਣੇ ਸਾਰੇ ਵੀਰ ਭਰਾਵਾਂ ਨੂੰ ਮਿਲਦੇ ਆ ਤੇ ਅਨੰਦਪੁਰ ਸਾਹਿਬ ਦੇ ਵਿੱਚ ਹੋਲੇ ਮਹੱਲੇ ਦੇ ਉੱਪਰ ਆਪਾਂ ਸਾਰੇ ਇਕੱਤਰਿਤ ਹੁੰਦੇ ਆ ਜੀ। ਸੋ ਆਪਾਂ ਇੱਥੇ 4-5 ਦਿਨ ਲਈ ਇੱਥੇ ਹੁੰਦੇ ਆ। ਅੱਜ ਆਪਾਂ ਮਹੱਲਾ ਖੇਡਣਾ ਆ, ਕੱਲ੍ਹ ਨੂੰ ਆਪਾਂ ਵਾਪਸੀ ਜਾ ਰਹੇ ਆ ਜੀ। ਕਿਵੇਂ ਦਾ? ਬਹੁਤ ਵਧੀਆ, ਚੜ੍ਹਦੀ ਕਲਾ ਜੀ, ਕਿਰਪਾ ਮਹਾਰਾਜ ਦੀ। ਗੁਰੂ ਕੀਆਂ ਫੌਜਾਂ ਦੇ ਦਰਸ਼ਨ ਹੋ ਰਹੇ ਨੇ ਮੇਰਾ ਨੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕਿਸ ਤਰੀਕੇ ਦਾ ਉਪਰਾਲਾ ਕੀਤਾ ਜਾਂਦਾ ਸੰਤ ਬਾਬਾ ਪੂਰੀ ਵਾਲਿਆਂ ਦੀ ਸੇਵਾ? ਗੁਰਮੁਖਾ ਸੰਤ ਬਾਬਾ ਜੈਮਲ ਸਿੰਘ ਨੇ ਉਪਰਾਲਾ ਕੀਤਾ ਹੈ, ਇਸ ਗੱਦੀ ਚਲਾਈ ਹੈ। ਸਾਧ ਸੰਗਤ ਦੀ ਸੇਵਾ ਕਰਦੇ, ਲੰਗਰ ਚਲਾਉਂਦੇ ਆ। ਹਾਂਜੀ, ਕਮਰੇ ਸਰਾਵਾਂ ਬਣਾਈਆਂ ਨੇ, ਕਮਰੇ ਬਣਾਏ ਆ, ਔਰ ਸੰਗਤ ਆਉਂਦੀ ਹੈ, ਉਹਨਾਂ ਵਿਸ਼ਰਾਮ ਕਰਦੀ ਹੈ, ਔਰ ਸੰਗਤ ਦੀ ਸੇਵਾ ਕਰੀਦੀ, ਸੰਗਤ ਨੂੰ ਯਾਤਰਾ ਕਰਾਈਦੀ ਹੈ। ਕਾਰ ਸੇਵਾ ਚੱਲਦੀਆਂ ਨੇ, ਗੁਰਦੁਆਰਾ ਸਾਹਿਬ ਦੇ ਬਣੇ ਨੇ, ਸਕੂਲ ਬਣੇ ਆ। ਹਾਂਜੀ, ਤੇ ਸੰਗਤ ਦੀ ਸੇਵਾ ਵਾਸਤੇ ਸਾਰਾ ਪਰੇਲਾ, ਸੰਗਤ ਦੀ ਕਿਰਪਾ ਸਭ। ਧਰਮ ਪ੍ਰਚਾਰ ਨੂੰ ਲੈ ਕੇ ਕੀ ਉਪਰਾਲੇ ਇਸ ਵਾਰ ਕੀਤੇ ਗਏ? ਪ੍ਰਚਾਰ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ ਤੇ ਭਲਾ ਹੋਵੇਗਾ। ਹਾਂਜੀ, ਨਸ਼ੇ ਛੱਡੋ, ਨਸ਼ੇ ਮੁਕਤ ਹੋ। ਪੰਜਾਬ ਤੇ ਨਸ਼ਿਆਂ ਨੂੰ ਲੋਕ ਖਾ ਗਏ ਨੇ। ਹਾਂਜੀ, ਤੇ ਕਿਰਪਾ ਕਰਨ, ਜਿਹੜੀ ਨਵੀਂ ਪੀੜ੍ਹੀ ਹੈ ਗੁਰੂ ਘਰ ਨਾਲ ਜੁੜਨ, ਸੇਵਾ ਕਰਨ, ਸੇਵਾ ਦੇ ਵਿੱਚ ਭਲਾ ਹੈ। ਸੰਤ ਬਾਬਾ ਨਿਰਮਲ ਸਿੰਘ ਪੂਰਨ ਸਾਧੂ ਹੈ, ਇਹਨਾਂ ਚਰਨਾਂ ਦੀ ਸੇਵਾ ਕਰਨ, ਖੁਸ਼ੀਆਂ ਪ੍ਰਾਪਤ ਕਰਨ ਤੇ ਭਲਾ ਹੋਵੇਗਾ ਇਹਨਾਂ ਦਾ। ਹਾਂਜੀ, ਲੰਗਰ ਦੀ ਸੇਵਾ 12 ਮਹੀਨੇ 30 ਦਿਨ ਚੱਲਦੀ ਹੈ ਤੇ ਸੇਵਾ ਲੰਗਰ ਦੀ, ਤੇ ਬਾਕੀ ਮੇਲੇ ਤੇ ਉਹਦਾ ਪ੍ਰਬੰਧ ਜਿਹੜਾ ਬਹੁਤ ਤਗੜਾ ਸਾਡਾ ਇਹਨਾਂ ਮਹਾਂਪੁਰਸ਼ਾਂ ਨੂੰ, ਬਾਬਾ ਨਿਰਮਲ ਸਿੰਘ ਵੱਲੋਂ ਸਾਰੇ ਮੇਲੇ ਦੀ ਸੇਵਾ ਇਹਨਾਂ ਦੀ ਹੈ। ਹਾਂਜੀ, ਤੇ ਸਾਧ ਸੰਗਤ ਦੀ ਕਿਰਪਾ ਸਾਰੀ ਇਹਨਾਂ ਦੇ, ਤੇ ਜਿੰਨੇ ਜਥੇਦਾਰ ਨੇ ਨਾਲ ਇਹਨਾਂ ਦੇ, ਸਭ ਸੇਵਾਦਾਰ ਨਾਲ ਨੇ, ਸੰਗਤ ਦੀ ਕਿਰਪਾ ਸਾਰੀ। ਹਾਂਜੀ, ਆਹ ਦੀਵਾਨ ਨਾਲ ਬਣੇ ਨੇ, ਆਹ ਦਰਬਾਰ ਉੱਤੇ ਮਨਾਉਂਦੇ ਨੇ ਪਏ, ਕਮਰੇ ਬਣੇ ਨੇ ਸਾਰੇ ਫ੍ਰੀ ਕਮਰੇ, ਸੇਵਾ ਦਿੰਦੇ ਆ ਸੰਗਤ ਨੂੰ, ਕੋਈ ਚਾਰਜ ਨਹੀਂ ਕਿਸੇ ਦਾ, ਤੇ ਸੰਗਤ ਦੀ ਤਨੋਂ ਮਨ ਹੋ ਕੇ ਸੇਵਾ ਕਰੀਦੀ ਹੈ। ਪ੍ਰਸ਼ਾਦਾ ਚੰਗਾ ਦੇਈਦਾ, ਜਲੇਬੀ ਚੱਲਦੀ, ਰਸਗੁੱਲੇ ਚੱਲਦੇ ਨੇ, ਪਨੀਰ ਦੇ ਪਕੌੜੇ ਚੱਲਦੇ ਨੇ, ਤੇ ਸੰਗਤ ਦੀ ਸੇਵਾ ਦੀ ਖੁਸ਼ੀ ਹੈ। ਹੋਲੇ ਮੁਹੱਲੇ ਨੂੰ ਲੈ ਕੇ ਜਦੋਂ ਤੋਂ ਸ਼ੁਰੂ ਹੁੰਦਾ, ਉਹਦਾ ਜਰਾ ਇੱਕ ਵੀਕ ਦਾ ਜਿਹੜਾ ਪ੍ਰੋਗਰਾਮ ਹੁੰਦਾ ਉਹ ਦੱਸੋ। ਗੁਰੂਆਂ ਨੇ ਜੋ ਉਪਰਾਲਾ ਕੀਤੀ, ਉਹ ਉਪਰਾਲਾ ਅਸੀਂ ਪੂਰੀ ਕਰ ਰਹੇ ਹਾਂ। ਤੇ ਗੁਰੂ ਨਾਨਕ ਦੇ 13 ਚਲਾਇਆ ਸੀ ਨਾ, ਤੇ 13 ਚਲਾਇਆ ਬਾਬਾ ਨਿਰਮਲ ਸਿੰਘ ਪਿਆ। ਹਾਂਜੀ, ਗੁਰੂ ਗੋਬਿੰਦ ਸਿੰਘ ਦੀ ਕਿਰਪਾ ਨਾਲ ਸਾਰੀ, ਬਸ ਲੰਗਰ ਦੀ ਕਿਰਪਾ ਹੈ। ਖੇਡਾਂ ਨੂੰ ਲੈ ਕੇ ਵੀ ਪੰਜਾਬ ਹੁਣ ਪਿੱਛੇ ਹੋ ਗਿਆ, ਕਿਤੇ ਨਾ ਕਿਤੇ ਪਹਿਲਾਂ ਬਹੁਤ ਅੱਗੇ ਹੁੰਦਾ ਸੀ। ਧਰਮ ਇਲਾਕੇ ਦੀਆਂ ਲੋਕਾਂ ਦੀ ਉੱਥੇ ਨਾਨਕਪੁਰੀ ਕਰਾਉਂਦੇ ਆ, ਮਹਾਂਪੁਰਸ਼ ਬੰਡਾ, ਉੱਥੇ ਵੱਡੀ ਪੱਧਰ ਦੇ ਕਬੱਡੀ ਚੱਲਦੀ ਹੈ, ਪਹਿਲੀ ਅਸੂ ਦੀ 18, 19 ਤੇ 20 3 ਦਿਨ ਉੱਥੇ ਕੰਮ ਚੱਲਦਾ ਕਬੱਡੀ ਦਾ। ਤੇ ਮਹਾਂਪੁਰਸ਼ ਚਲਾਉਂਦੇ, ਜਿੰਨੇ ਵੀ ਭਲਵਾਨ ਪੰਜਾਬ ਦੇ, ਹਰਿਆਣੇ ਦੇ, ਪੂਰੇ ਵਰਲਡ ਦੇ ਜਿੰਨੇ ਵੱਡੀਆਂ ਟੀਮਾਂ ਨੇ ਸਾਰੀਆਂ ਜਾਂਦੀਆਂ ਨੇ, ਔਰ ਪੂਰਾ ਨਾਮ ਦੇ ਕੇ ਭੇਜਦੇ ਨੇ, ਤੇ ਉੱਥੇ ਬੜੀ ਚੜ੍ਹਦੀ ਕਲਾ ਹੁੰਦੀ ਹੈ। ਇੱਧਰ ਵੀ ਕੋਈ ਸਮਾਗਮ ਇਹੋ ਜਿਹਾ ਕਰਾਇਆ ਤੁਸੀਂ? ਇਹੋ ਜਿਹਾ ਸਮਾਗਮ ਪੰਜਾਬ 'ਤੇ ਨਹੀਂ ਹੈ ਕਰਾਇਆ, ਸਾਡਾ ਯੂਪੀ ਚੱਲਦਾ ਹੈ। ਹਾਂਜੀ, ਯੂਪੀ ਬੰਡਾ, ਨਾਨਕਪੁਰੀ ਆਸ਼ਰਮ, ਸਨਾਸਰ, ਜ਼ਿਲ੍ਹਾ ਸ਼ਾਹਜਹਾਨਪੁਰ,
ਹਾਂਜੀ। ਹੋਰ ਕੀ ਉਪਰਾਲੇ ਕਰਾਏ ਜਾਂਦੇ ਨੇ ਕਾਰ ਸੇਵਾ ਨੂੰ ਤੇ ਲੈ ਕੇ ਤੇ? ਕਾਰ ਸੇਵਾ ਦਾ ਮੁੱਖ ਤੇ ਇਹ ਹੈ ਵੀ ਦਰਬਾਰ ਬਣਾਉਣੇ, ਸਕੂਲ ਬਣਾਉਣੇ, ਉੱਥੇ ਸਕੂਲ ਬਣਾਏ ਬੱਚਿਆਂ ਦੇ ਤੇ ਬੱਚਿਆਂ ਦੀ ਸੇਵਾ ਕਰਨੀ ਆ, ਉੱਥੇ ਫ੍ਰੀ ਬੱਚਿਆਂ ਦੀ ਪੜ੍ਹਾਈ ਚੱਲਦੀ ਆ। ਤੇ ਬਾਕੀ ਸਾਡਾ ਤੇ ਕਾਰ ਸੇਵਾ ਨਾਲ ਮਸਲਾ ਹੈ। ਗੁਰੂ ਘਰ ਬਣਾਉਣੇ ਆ, ਬਣਾ ਕੇ ਤੇ ਸੰਗਤ ਨੂੰ ਦੇ ਦੇਣੇ ਆ। ਤੇ ਲੰਗਰ 12 ਮਹੀਨੇ 30 ਦਿਨ ਚੱਲਦੇ ਨੇ। ਹਰਿਦੁਆਰ ਆਸ਼ਰਮ, ਸ੍ਰੀ ਨਾਨਕਪੁਰ ਆਸ਼ਰਮ, ਜਿਹੜਾ ਸਾਧੂ ਦੀ ਸੇਵਾ 2-2.5 ਸਾਧੂ ਡੇਲੀ ਪ੍ਰਸ਼ਾਦਾ ਛਕਦਾ, ਉੱਥੇ ਮਤਲਬ ਫ੍ਰੀ ਸੇਵਾ ਹੈ, ਫ੍ਰੀ ਕਮਰੇ ਨੇ। ਹਰਿਦੁਆਰ ਨਾਨਕਪੁਰਾ ਆਸ਼ਰਮ ਭੂਪਤ ਵਾਲੇ 'ਚ ਸਪਤਰਿਸ਼ੀ ਰੋਡ ਤੇ ਇਹ ਮਹਾਂਪੁਰਸ਼ਾਂ ਦੀ ਕਿਰਪਾ ਨਾਲ ਸਾਰੇ ਉਹ ਵੀ ਚੱਲਦੇ ਨੇ। ਤੇ ਲੰਗਰ ਦੀ ਸੇਵਾ ਸਾਡੀ ਜਿੱਥੇ ਹਰ ਜਗ੍ਹਾ ਚੱਲਦੀ ਹੈ, ਲੰਗਰ ਦੀ ਸੇਵਾ ਚੱਲਦੀ ਹੈ। ਗੁਰੂ ਘਰਾਂ ਦੇ ਉੱਤੇ ਅਟੈਕ ਨੂੰ ਲੈ ਕੇ ਹੁਣ ਕਈ ਹੋਏ ਨੇ, ਉਹਨਾਂ ਦੇ ਕੋਈ ਮਤਲਬ ਸਾਡਾ ਸੇਵਾ ਦਾ ਮਤਲਬ ਹੈ, ਉਹ ਮਤਲਬ ਸਿਆਸੀ ਕੰਮ ਨਹੀਂ ਸਾਡੇ ਕੋਲ। ਸਾਡਾ ਤਾਂ ਸੇਵਾ ਦਾ ਧਰਮ ਹੈ, ਜਿੱਥੇ ਵੀ ਕਰਾਣੀ ਸੇਵਾ ਕਰਾਣੀ ਹੈ। ਹਾਂਜੀ, ਉਹ ਇਹ ਨੇਤਿਆਂ ਦਾ ਕੰਮ ਹੈ, ਜੋ ਕਰਾਉਂਦੇ ਨੇ ਉਹਨਾਂ ਦੀ ਮਰਜ਼ੀ ਹੈ। ਉਹ ਰਾਜਨੀਤੀ ਸਾਧੂ, ਇਹ ਰਾਜਨੀਤੀ ਸਾਧੂ ਨਹੀਂ ਹੈ, ਇਹ ਤਾਂ ਪੂਰਨ ਸਾਧੂ ਨੇ ਜਿਹੜੇ ਮਤਲਬ ਸੰਗਤ ਦੀ ਸੇਵਾ ਕਰਦੇ ਨੇ। ਸਕੂਲ ਬਣਾਉਣੇ, ਬੱਚੇ ਫ੍ਰੀ ਪੜ੍ਹਾ ਰਹੇ ਨੇ, ਤੇ ਆਹ ਸਰਾਵਾਂ ਬਣਾ ਰਹੇ ਨੇ, ਦੀਵਾਨ ਨਾਲ ਬਣ ਰਹੇ ਨੇ, ਤੇ ਪ੍ਰਸ਼ਾਦਾ ਛਕਾ ਰਹੇ ਨੇ। ਮੌਜੂਦਾ ਹਾਲ ਜਿਹੜੀ SGPC ਦੀ, ਉਹਦੇ ਬਾਰੇ ਤੁਹਾਡੇ ਕੋਈ ਵਿਚਾਰ? ਨਾ, ਸਾਡਾ ਕੋਈ ਵਿਚਾਰ ਨਹੀਂ। ਉਹ ਉਹਨਾਂ ਦਾ ਆਪਣਾ, ਐਸੀ ਚੰਗਾ ਕਰ ਰਹੇ ਨੇ, ਮਾੜਾ ਕਰ ਰਹੇ ਨੇ, ਉਹਨਾਂ ਦਾ ਕਰਮ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੰਨਾ ਕੁ ਭਾਗਾਂ ਵਾਲਾ ਸਮਝਦੇ ਹੋ ਚਰਨਾਂ ਦੇ ਵਿੱਚ ਇਸ ਤਰੀਕੇ ਨਾਲ ਸੇਵਾ ਕਰਨ ਨੂੰ? ਕਿੱਥੇ ਜਿੱਥੇ ਬੜੇ ਭਾਗਾਂ ਵਾਲੇ ਆ, ਸਭ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਹੈ ਇਹਨਾਂ ਮਾਲਕਾਂ ਤੇ, ਸੰਤ ਬਾਬਾ ਨਿਰਮਲ ਸਿੰਘ ਤੇ। ਇਹ ਬ੍ਰਹਮ ਗਿਆਨੀ ਸਾਧੂ ਆ, 100 ਦੇ ਵਿੱਚ ਇੱਕ ਸਾਧੂ ਹੋਊਗਾ। ਸਮਝਦੇ, ਜਿਹੜੀ ਪਾਵਰ ਇਹਨਾਂ ਕੋਲੇ ਨਾ, ਉਹ ਇਹਨਾਂ ਕੋਲੇ। ਕਿੰਨੇ ਕੁ ਦਿਨਾਂ ਤੋਂ ਸੇਵਾ ਕਰ ਰਹੇ ਹੋ? ਅਸੀਂ ਸਾਡੇ ਹੋ ਗਏ 30-35 ਸਾਲ ਸੇਵਾ ਕਰਦੇ ਹਨ ਨਾਲ ਹੀ ਜੁੜਿਆ। ਤੀਜੀ ਪੀੜ੍ਹੀ ਹੋ ਗਈ ਸਾਡੀ ਇਹਦੇ ਨਾਲ ਜੁੜਿਆ। ਮਹਾਂਪੁਰਸ਼ਾਂ ਦੇ ਨਾਲ ਜੁੜੇ ਆ, ਮਹਾਂਪੁਰਸ਼ਾਂ ਦੇ ਨਾਲ ਹੀ ਸਮਾਂ ਨਿਗਾਈ ਦਾ। ਜਿੱਥੇ ਵੀ ਹਾਜ਼ਰੀ ਲਾਉਂਦੇ ਉੱਥੇ ਹਾਜ਼ਰ ਹੁੰਦੇ ਆ। ਹੁਣ ਤਰਨਤਾਰਨ ਤੋਂ ਚੱਲ ਕੇ ਆਏ ਆ, ਇੱਥੇ ਸੇਵਾ ਦਾ ਮੌਕਾ ਮਿਲਿਆ ਵਾ, ਸੇਵਾ ਕਰ ਰਹੇ ਆ 5-7 ਦਿਨ, ਜਿੰਨੇ ਦਿਨ ਕਹਿਣਗੇ ਉਧਰ, ਜਿੱਧਰ ਛੁੱਟੀ ਦੇਣਗੇ ਉਧਰ ਜਾਵਾਂਗੇ। ਹੋਲੇ ਮਹੱਲੇ ਨੂੰ ਲੈ ਕੇ ਕਿੰਨੀ ਸ਼ਰਧਾ ਹੁੰਦੀ ਆ ਤੁਹਾਡੇ? ਸ਼ਰਧਾ ਵਾਹਿਗੁਰੂ ਜੀ ਪੂਰੀ ਵਾਲਿਆਂ ਵੱਲੋਂ ਸਾਰੀ ਸੰਗਤ ਨੂੰ ਜੀ ਆਇਆਂ ਜੀ। ਹੋਲੇ ਮਹੱਲੇ ਤੇ ਸਾਰੀ ਸੰਗਤਾਂ ਨੂੰ ਜੀ ਆਇਆਂ ਨੂੰ। ਆਪ ਜੀ ਮੀਡੀਆ ਵਾਲਿਆਂ ਦਾ ਵੀ ਧੰਨਵਾਦ, ਸਾਰੀ ਸੰਗਤ ਵੱਲੋਂ, ਮਹਾਂਪੁਰਸ਼ਾਂ ਵੱਲੋਂ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੀ ਸੰਗਤ ਨੂੰ ਹੋਲੇ ਮਹੱਲੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਵੀ ਸਾਰੀ ਸੰਗਤ ਕਲਗੀਧਰ ਪਾਤਸ਼ਾਹ ਜੋ ਪਰੰਪਰਾ ਤੁਰੀ ਆ ਰਹੀ, ਕਾਲ ਪੁਰਖ ਦੇ ਬਚਨ ਸਿਓ ਪ੍ਰਗਟਿਓ ਪੰਥ ਮਹਾਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਮਹਾਰਾਜ ਅਨੰਦਪੁਰ ਸਾਹਿਬ ਛੱਡਣ ਲੱਗੇ, ਅਨੰਦਪੁਰ ਸਾਹਿਬ ਜਾਣ ਤੋਂ ਪਹਿਲਾਂ ਧਰਤੀ ਨੇ ਦੇਵੀ ਦੇ ਰੂਪ ਵਿੱਚ ਆ ਕੇ ਪੁਕਾਰ ਕੀਤੀ, ਮਹਾਰਾਜ ਮੇਰੇ ਤੇ ਬਖਸ਼ਿਸ਼ ਕਰੋ, ਫੇਰ ਵੀ ਆਓਗੇ। ਕਲਗੀਧਰ ਪਾਤਸ਼ਾਹ ਕਹਿਣ ਲੱਗੇ ਅਸੀਂ ਫੇਰ ਆਉਣਾ ਨਹੀਂ, ਪਰ ਜੇ ਤੂੰ ਸਾਡੇ ਕੋਲ ਵਰ ਮੰਗਦੀ, ਜਦੋਂ ਸਾਡਾ ਗੁਰੂ ਖਾਲਸਾ ਇੱਥੇ ਮਹੱਲਾ ਖੇਡੇਗਾ, ਅਸੀਂ ਉਹਦੇ ਵਿੱਚ ਆਪ ਮਹੱਲਾ ਖੇਡਾਂਗੇ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ। ਖਾਲਸਾ ਮੇਰੇ ਜਾਨ ਕੀ ਜਾਨ, ਖਾਲਸਾ ਮੇਰੇ ਪ੍ਰਾਨ ਕੇ ਪ੍ਰਾਨ। ਖਾਲਸੇ ਦੀ ਕਿਰਪਾ ਨਾਲ ਸਭ ਸਤਰ ਮਰੇ, ਖਾਲਸੇ ਦੀ ਕਿਰਪਾ ਨਾਲ ਸਭ ਧਾਮ ਪਰੇ। ਮਹਾਰਾਜ ਕਹਿੰਦਾ ਜੋ ਮੇਰੇ ਖਾਲਸੇ ਦੀ ਪੂਜਾ ਕਰੇਗਾ, ਜੋ ਮੇਰੇ ਖਾਲਸੇ ਦੇ ਦਾਰੇ ਕਰੇਗਾ, ਜੋ ਮਹੱਲਾ ਵੇਖ ਕੇ ਜਾਏਗਾ, ਉਹਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੋਣਗੀਆਂ। ਜੋ ਮਹੱਲਾ ਨਹੀਂ ਪ੍ਰਾਨੀ ਇੱਥੇ ਦੇਖ ਕੇ ਜਾਏਗਾ, ਉਹਦੀ ਯਾਤਰਾ ਨਾਲ ਸਫਲ ਹੋਏਗੀ। ਮਹੱਲੇ ਦਾ ਬਹੁਤ ਮਹਾਤਮਾ ਹੈ। ਧੰਨ ਜੀ ਮੁਕਤੇ ਹਰ ਚਿੱਤ ਮੈਂ ਜੁੱਧ ਵਿਚਾਰਾ, ਦੇਹ ਨਾ ਨਿਤ ਨਿਤ ਰਹਿ ਜਿਸ ਨਾਮ ਤਰੇ ਪਾਉ ਸਾਗਰ ਤਾਰੇ। ਮਹੱਲੇ ਦਾ ਬਹੁਤ ਵੱਡਾ ਮਹਾਤਮਾ ਹੈ। ਮਹੱਲਾ ਵੇਖ ਕੇ ਜਾਣਾ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਤਿਹਾਸ ਅਗਮ ਅਗਾਧ ਬੋਧ ਹੈ। ਕਲਗੀਧਰ ਪਾਤਸ਼ਾਹ ਦੇ ਇਤਿਹਾਸ ਤੋਂ ਆਪਾਂ ਵਾਕਮ ਹੋਈਏ। ਜਦੋਂ 22 ਧਾਰ ਦੇ ਰਾਜਿਆਂ ਇੱਥੇ ਈਰਖਾ ਕੀਤੀ
ਵੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੰਜ ਕਲਾ ਸ਼ਾਹਤਰ ਚੰਦਨ ਦੀ ਚੌਂਕੀ ਤੇ ਰਾਜਾ ਨੇ ਵਿਉਂਦ ਬਣਾਈ ਪੰਡਤ ਨੂੰ ਘੱਲਿਆ ਕਿ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਸੀਂ ਆਪਣੇ ਪੁੱਤਰ ਦੀ ਸ਼ਾਦੀ ਕਰਨ ਜਾਣਾ। ਫਤਿਹ ਚੰਦ, ਜਮੇਰ ਚੰਦ, ਹਡੂਰੀ ਚੰਦ, ਕਰਮ ਚੰਦ ਇਹਨਾਂ ਵਿਉਂਦ ਬਣਾਈ ਮੇਦਨੀ ਪ੍ਰਕਾਸ਼ ਦੀ ਲੜਕੀ ਨਾਲ ਨਿਗਾਹ ਕਰਨਾ। ਉਹ ਮਹਾਰਾਜ ਨਾਲ ਪ੍ਰੇਮ ਕਰਦਾ ਸੀ। ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ ਵੀ ਸਾਡੇ ਕੋਲ ਜੰਗ ਕਰਕੇ ਚੀਜ਼ਾਂ ਲੈ ਲਓ, ਅਸੀਂ ਉੱਦਾਂ ਚੀਜ਼ਾਂ ਨਹੀਂ ਦੇਣੀਆਂ। ਇਹਨਾਂ ਈਰਖਾ ਕੀਤੀ। ਜਿਸ ਤਰ੍ਹਾਂ ਭੀਮ ਚੰਦ ਦਾ ਵਜ਼ੀਰ ਹੋਇਆ, ਦੇਵੀ ਚੰਦ ਦਾ ਉਸਦਾ ਵਜ਼ੀਰ ਹੋਇਆ ਭੀਮ ਚੰਦ ਦਾ, ਉਹਨੇ ਆਣ ਕੇ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ ਪ੍ਰਸ਼ਾਦ ਲਿਆ ਸੀ, ਮਹਾਰਾਜ ਦੀ ਸੇਵਾ ਕਰਦਾ ਸੀ ਤੇ ਉਹ ਮਹਾਰਾਜ ਦੇ ਚਰਨਾਂ ਦਾ ਭੌਰਾ ਬਣ ਚੁੱਕਾ ਸੀ। ਕਹਿਣ ਲੱਗਾ ਮੇਰੀਆਂ ਫੌਜਾਂ ਦਾ ਜਰਨੈਲ ਬਣ ਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਚੜ੍ਹਾਈ ਕਰਕੇ ਜਾ। ਉਹਨੇ ਇਹ ਕਰਮ ਨਹੀਂ ਮੈਂ ਕਰਨਾ, ਆਪਣੇ ਵੱਡ ਵਡੇਰਿਆਂ ਧਿਆ ਫੋਲ ਕੇ ਵੇਖ ਲਾ। 22 ਧਾਰ ਦੇ ਰਾਜੇ ਗੁਰੂ ਹਰਗੋਬਿੰਦ ਸਾਹਿਬ ਨੇ ਖਲਾਸੀ ਕਰਾਈ ਤੇਰੇ ਵੱਡ ਵਡੇਰਿਆਂ ਦੀ। ਤੂੰ ਕਹਿਣਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਿਲ੍ਹਾ ਹਟਾ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਕੱਢ ਦਿੱਤਾ ਜਾਵੇ, ਮਹਾਰਾਜ ਤੇ ਚੜ੍ਹਾਈ ਕਰਕੇ ਜਾ। ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੇਵਕ ਬਣਿਆ। ਚਰਨਾਂ ਦੇ ਵਿੱਚ ਇਹਨੇ ਬੇਨਤੀਆਂ ਕੀਤੀਆਂ, ਜੋਰੀਆਂ ਕੀਤੀਆਂ। ਕਹਿਣ ਲੱਗਾ ਮਹਾਰਾਜ ਮੇਰੀ ਰੱਛਾ ਕਰਨੀ। ਕਹਿਣ ਲੱਗਾ ਭਾਵੇਂ ਮੈਨੂੰ ਸੂਲੀ ਤੇ ਟੰਗ ਦੇ, ਕੀ ਵੇਖਿਆ ਕੱਲਾ ਆਪਣੇ ਅੱਖਾਂ ਦੇ ਵਿੱਚ ਕਿਲ ਠੋਕੇ। ਤੇ ਕਹਿਣ ਲੱਗਾ ਵੀ ਸਲਾਈਆਂ ਪਾ ਕੇ ਜ਼ਹਿਰ ਦੀਆਂ ਸ਼ਹੀਦ ਕਰ ਦਿੱਤਾ ਜਾਵੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀਨ ਦੁਨੀਆ ਦੇ ਮਾਲਕ ਦੇ ਚਰਨਾਂ ਵਿੱਚ ਬੇਨਤੀਆਂ ਕੀਤੀਆਂ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ ਵੀ ਅਸੀਂ ਤੇਰੀ ਪੈਜ ਰੱਖਾਂਗੇ। ਤੇ ਮਹਾਰਾਜ ਨੇ ਆਪਣੇ ਪੈਰਾਂ ਦੇ ਵਿੱਚ ਕਿਲ ਠਕਵਾ ਕੇ ਦੇਵੀ ਚੰਦ ਦੀ ਰੱਖਿਆ ਕੀਤੀ। ਫਿਰ ਚਮਕੌਰ ਦੇ ਮੈਦਾਨ ਵਿੱਚ ਸ਼ਹੀਦ ਹੋਇਆ। ਤੇ ਪਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲਈਆਂ। ਰਾਜਾ ਨੇ ਪੂਰਾ ਜ਼ੋਰ ਲਾ ਲਿਆ, ਆਪਣਾ ਧਰਮ ਨਾ ਛੱਡਿਆ, ਸਮਰੱਥ ਗੁਰੂ ਸਿਰ ਹੱਥ ਧਰਿਓ। ਇਹ ਖਾਲਸੇ ਨੂੰ ਬਹੁਤ ਵੱਡਾ ਮਹਾਤਮ ਹੈ। 6 ਜੰਗਾਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਵਿੱਚ ਹੋਈਆਂ ਤੇ ਸਭ ਤੋਂ ਵੱਡੀ ਜੰਗ ਆਪਣੇ ਚਮਕੌਰ ਦੀ ਤੇ ਮੁਕਤਸਰ ਦੀ, ਤੀਰਗੜੀ ਸਾਹਿਬ, ਨਾਹਨ ਸਾਹਿਬ, ਪੌਂਡਾ, ਆਪਣੇ ਬੜੂ ਸਾਹਿਬ ਮਹਾਰਾਜ ਨੇ ਜੰਗਾਂ ਕੀਤੀਆਂ। ਅਖੀਰ ਦੀ ਜੰਗ ਕਰਕੇ ਮੁਕਤਸਰ ਮਹਾਰਾਜ ਕਹਿੰਦੇ ਖਤਰਾਣਾ ਕਰ ਮੁਕਤਸਰ, ਮੁਕਤਸਰ ਕੀਨ, ਸਾਬਤ ਕਰ ਜੂਝਾ ਜੱਬਾ ਵੱਡੋ ਮੁਰਾਦ ਬੋਲੀਨ। ਉੱਥੇ ਫੇ ਬਦਾਵਾ ਪਾੜ ਕੇ 40 ਮੁਕਤਿਆਂ ਦੀਆਂ ਭੁੱਲਾਂ ਬਖਸ਼ ਕੇ 14 ਉਹ ਬਰਾੜ ਖੰਡੇ ਬਾਟੇ ਦਾ ਛਕਾ ਕੇ ਅੰਮ੍ਰਿਤ ਪੂਰਾ ਤਿਆਰ ਪੋ ਤਿਆਰ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਕੀਤਾ। ਫੇ ਮਹਾਰਾਜ ਨੇ ਕਿਹਾ ਅੱਜ ਤੋਂ ਜੰਗ ਯੁੱਧ ਨਹੀਂ ਕਰਨਾ। ਫੇ ਜੰਗਾਂ ਯੁੱਧਾਂ ਨੂੰ ਵਿਹਲੇ ਹੋ ਗਏ। ਮਹਾਰਾਜ ਨੇ ਇਹ ਧਰਤੀ ਦੇ ਦਮਦਮਾ ਸਾਹਿਬ ਕੰਮ ਕੱਸਾ ਵਧਾਇਆ। ਇਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਜਾ ਨਵਾਜਿਆ ਪੰਥ। ਮਿਸਲ ਸ਼ਹੀਦਾਂ ਤਰਨਾਂਦਲ ਬਾਬਾ ਬਕਾਲਾ ਸਾਹਿਬ ਵੱਲੋਂ ਦਾਸ ਬੋਲਦਾ, ਦੀਵਾਨ ਵੀ ਲਾਈਦਾ ਵਾ, ਕਥਾ ਵੀ ਕਰੀਦੀ ਆ, ਗੁਰੂ ਖਾਲਸੇ ਨੂੰ ਪ੍ਰਚਾਰ ਕਰਦੇ ਆ। ਜੇ ਕਿਸੇ ਨੇ ਯਾਦ ਕਰਨਾ ਹੋਵੇ ਸਾਰੀ ਸੰਗਤ ਨੂੰ ਮੈਂ ਵਧਾਈ ਦਿੰਦਾ। ਆਨੰਦਪੁਰ ਸਾਹਿਬ ਆਏ ਜੋ ਤੇ ਕੋਈ ਝੋਲੀ ਦੇ ਵਿੱਚ ਪਾ ਕੇ ਜਾਓ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਸਮਾਂ ਬਹੁਤ ਭਿਆਨਕ ਤੋਂ ਭਿਆਨਕ ਆ ਰਿਹਾ ਏ। ਜੇ ਗੁਰੂ ਦੇ ਘਰ ਖਾਤਾ ਹੋਊਗਾ ਤੇ ਗੁਰੂ ਜਗਤ ਤੇ ਬਾਹ ਫੜ ਕੇ ਪਾਰ ਲਾ ਦੂ। ਜੇ ਖਾਤਾ ਇਹਨਾਂ ਨਾਮ ਦਾ ਹੋਇਆ ਜਮਾ ਤੇ ਮਹਾਰਾਜ ਕਿੱਦਾਂ ਲਾਉਣਗੇ ਪਾਰ। ਮਹਾਰਾਜ ਕਹਿੰਦੇ ਆਪੇ ਦੇਖੇ, ਆਪੇ ਬੂਝੇ, ਆਪੇ ਹੈ ਨਜ਼ਾਰਾ। ਜੇ ਪਰਮੇਸ਼ਰ ਨੂੰ ਬੁੱਝਾਂਗੇ, ਜੇ ਉਹਨੂੰ ਜਾਣਾਂਗੇ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੁਤਰੇ ਪਾਰ। ਜੋ ਸਰਦਾ ਕਰ ਸੇਮਤ ਵਾਹਿਗੁਰੂ ਪਾਰ ਉਤਾਰਨਹਾਰ। ਭੌਜਨੋਂ ਪਾਰ ਤਾਂ ਲੰਘਣਾ ਤੇ ਭਾਈ ਜੇ ਪਰਮੇਸ਼ਰ ਦਾ ਨਾਮ ਜਪਿਆ ਹੈ ਤੇ ਗੁਰੂ ਖਾਲਸੇ ਦੇ ਦਾਰੇ ਕੀਤੇ। ਸਭ ਨੂੰ ਮੈਂ ਲੱਖ ਲੱਖ ਵਧਾਈ ਦੇਣਾ ਹੋਲੇ ਮਹੱਲੇ ਦੀ। ਤੇ 10 ਦਾ ਨੰਬਰ ਹੈ 9774 73473। ਜੇ ਕਿਸੇ ਨੂੰ ਵਜਨ ਸਲਾਘਾਯੋਗ ਲੱਗੇ ਲਾਉਣ ਕਲਗੀਧਰ ਪਾਤਸ਼ਾਹ ਦੇ ਮਹੱਲੇ ਵਿੱਚ ਤੇ ਉਹ ਝੋਲੀ ਪਵਾ ਕੇ ਲੈ ਜਾਣੇ। ਜੇ ਕੋਈ ਭੁੱਲ ਚੁੱਕ ਹੋ ਗਈ ਆ ਤੇ ਸਾਧ ਸੰਗਤ ਪੰਥ ਬਖਸ਼ਣ ਯੋਗ ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਜਕਾਰਾ ਛੱਡੀਏ ਆਪਾਂ ਸਾਰੀ ਫੌਜ ਕਲਗੀਧਰ ਪਾਤਸ਼ਾਹ ਦੀ ਯਾਦ ਵਿੱਚ। ਜਕਾਰੇ ਹੀ ਆਵੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਭਾਵੇ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ। ਚਿੱਟੀਆਂ ਬਾਜਾਂ ਵਾਲਿਓ ਸਰਗੁਰੂ ਰੱਖ ਲਿਓ ਬਿਰਤ ਬਣੇ ਦੀ ਲਾਜ। ਚਿੱਤੋ ਗਵਤੋ ਸ਼ਹੀਦੋ ਸਿੰਘ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ। ਬਾਕੀਆਂ ਫੌਜਾਂ ਦਿਓ ਮਾਲਕੋ ਸਰਗੁਰੂ ਫੌਜਾਂ ਰੱਖਣੀਆਂ ਤਿਆਰ ਪੋ ਤਿਆਰ। ਸੋਢੀ ਸੱਚੇ ਪਾਤਸ਼ਾਹ ਜੀਓ ਆਪ ਜੀ ਕਾ ਖਾਲਸਾ ਜਪਿਆ ਅਕਾਲ ਹੀ ਅਕਾਲ। ਬੇਨਤੀਆਂ ਪ੍ਰਮਾਣ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੱਥੋਂ? ਅਸੀਂ ਇੱਥੋਂ ਹੀ ਆਏ ਆ ਜੀ ਹਜੂਰ ਸਾਹਿਬ ਤੋਂ। ਹੋਲਾ ਮਹੱਲਾ ਮਨਾ ਰਹੇ? ਹਾਂਜੀ ਹੋਲਾ ਮਹੱਲਾ ਮਨਾ ਰਹੇ ਜੀ। ਅਸੀਂ ਆਏ ਜੀ ਹਫਤੇ ਕੇ ਲਈ ਆਏ ਆ, ਦਰਸ਼ਨ ਮੇਲੇ ਕਰਾਂਗੇ। ਹਾਂਜੀ ਹੋਰ ਤੁਸੀਂ ਕੀ ਕਰਨਾ ਇੱਥੇ? ਕਿਹੜਾ ਕੋਈ ਜੋਰ ਦਿਖਾਣਾ ਹੈ? ਹਾਂਜੀ ਦਿਖਾਵਾਂਗੇ ਜੀ, ਜ਼ਰੂਰ ਦਿਖਾਵਾਂਗੇ। ਬਾਕੀ ਅਸੀਂ ਮਹਾਰਾਜ ਦੀਆਂ ਖੁਸ਼ੀਆਂ ਲੈਣ ਆਏ ਆ, ਫੌਜ ਦੇ ਦਰਸ਼ਨ ਕਰਨ ਆਏ ਆ। ਤੇ ਜਿਹੜਾ ਹੈ ਮਹੱਲਾ ਬੀਬੀਆਂ ਲਈ ਘੱਟ ਹੁੰਦਾ, ਅਸੀਂ ਆਪਣੇ ਸਿੰਘ ਸਾਹਿਬ ਨਾਲ ਆਏ ਆ।
ਹਾਂਜੀ ਉਹ ਦਲ ਦੇ ਵਿੱਚ ਨੇ ਤੇ ਅਸੀਂ ਦੇਖਾਂਗੇ ਜੀ, ਆਨੰਦ ਮਾਣਾਂਗੇ ਉਹ। ਇਹ ਸੀ ਸਾਡੀ ਇੱਕ ਛੋਟੀ ਜੀ ਕੋਸ਼ਿਸ਼ ਜਿਹੜੀ ਕਿ ਅਸੀਂ ਆਨੰਦਪੁਰ ਸਾਹਿਬ ਤੋਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਵੀ ਅਸੀਂ ਤੁਹਾਨੂੰ ਕੁਝ ਦ੍ਰਿਸ਼ ਦਿਖਾਏ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਕੋਸ਼ਿਸ਼ ਪਸੰਦ ਆਈ ਹੋਵੇਗੀ। ਹੁਣ ਮੈਂ ਗੁਰਵਿੰਦਰ ਸੰਧੂ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਲੈਣਾ ਹਾਂ ਤੁਹਾਡੇ ਤੋਂ ਇਜਾਜ਼ਤ। ਦੇਖਦੇ ਰਹੋ ਚੱਕਦੇ ਟੀਵੀ, ਫਿਰ ਮੁਲਾਕਾਤ ਹੋਵੇਗੀ। ਸਤਿ ਸ਼੍ਰੀ ਅਕਾਲ।